ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ ਤੇ ਪਾਰਟੀਜ਼ ਦੇ ਮੈਨੀਫੈਸਟੋਜ਼ ਆਣੇ ਸ਼ੁਰੂ ਹੋ ਗਏ ਨੇ। ਵੈਸੇ ਹਜੇ ਸਭ ਦੇ ਨਹੀਂ ਆਏ, ਪਰ ਅਸੀਂ ਸੋਚਿਆ ਪੁਆਇੰਟ ਬਾਈ ਪੁਆਇੰਟ ਡਿਸਕਸ਼ਨ ਕਰਨ ਲੱਗ ਜਾਈਏ, ਕਿਉਂਕਿ ਮੈਨੀਫੈਸਟੋ ਜਿਹੜਾ ਸਭ ਤੋਂ ਜ਼ਰੂਰੀ ਡਾਕੂਮੈਂਟ ਹੋਣਾ ਚਾਹੀਦਾ ਹੈ, ਉਹਦੇ ਉੱਤੇ ਡਿਸਕਸ਼ਨ ਸਭ ਤੋਂ ਘੱਟ ਹੁੰਦੀ ਹੈ। ਮੈਨੂੰ ਲੱਗਦਾ ਇਹ ਟ੍ਰੈਂਡ ਰਿਵਰਸ ਕਰਨ ਦੀ ਜ਼ਰੂਰਤ ਹੈ। ਸੋ ਸਾਡੇ ਨਾਲ ਅੱਜ ਫੇਰ ਮੌਜੂਦ ਨੇ ਸਾਡੇ CEO ਐਂਡ ਫਾਊਂਡਰ ਮਿਸਟਰ ਵਿਸ਼ਾਲ ਸੂਦ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਵੈਸੇ ਤਾਂ ਕੁਝ ਚੀਜ਼ਾਂ ਬਹੁਤ ਕਾਮਨ ਨੇ ਤੇ ਆਈ ਥਿੰਕ ਉਹ ਠੀਕ ਵੀ ਹੈ। ਹਰ ਸਟੇਟ 'ਚ ਕੁਝ ਚੀਜ਼ਾਂ ਸਿਮਿਲਰ ਹੁੰਦੀਆਂ ਨੇ, ਪਰ ਇੱਕ ਮੈਂ ਜੋ ਚੀਜ਼ ਦੇਖ ਰਿਹਾ, ਮੈਂ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਕਰਨਾ ਚਾਹੁੰਦਾ ਕਿ ਇੱਕ ਨੇ ਕੋਈ ਜੇ ਚੀਜ਼ ਅਨਾਉਂਸ ਕੀਤੀ, ਬਾਕੀ ਸਾਰਿਆਂ ਨੇ ਉਹ ਕਰਤੀ। ਪਹਿਲਾਂ ਪਾਰਟੀ ਦੀ ਹਜੇ ਮੈਂ ਗੱਲ ਹੀ ਨਹੀਂ ਕਰ ਰਿਹਾ। ਇੱਕ ਪਾਰਟੀ ਨੇ ਕਿਹਾ ਅਸੀਂ ਔਰਤਾਂ ਨੂੰ ਇੰਨੇ ਰੁਪਏ ਦੇਵਾਂਗੇ, ਸਾਰੀ ਪਾਰਟੀ ਨੇ ਕਹਿਤਾ ਅਸੀਂ ਇੰਨੇ ਦੇਵਾਂਗੇ, ਇਸ ਤੋਂ ਵੱਧ ਹੀ ਦੇਵਾਂਗੇ। ਇਹ ਕੀ ਚੱਲ ਰਿਹਾ? ਕਿਸੇ ਦੀ ਆਪਣੀ ਆਈਡੀਓਲੋਜੀ ਕਿਉਂ ਨਹੀਂ ਹੈ? ਆਈਡੀਓਲੋਜੀ ਦੀ ਗੱਲ ਨਹੀਂ ਆ, ਕਿਸੇ ਨੇ ਦੇਣਾ ਹੀ ਨਹੀਂ ਆ। ਇਹ ਪਹਿਲਾਂ ਸਹੀ ਤਰੀਕੇ ਤੱਕ ਪਹੁੰਚਣ ਤੇ ਸਹੀ, ਦੈਟ ਇਜ਼ ਦੀ ਕੁਐਸਚਨ ਜੀ। ਰਾਈਟ, ਲੁੱਕ, ਫ੍ਰੀ ਬੀਜ਼ ਦੇਣਾ, ਅਗੇਨ ਵੀ ਸ਼ੁੱਡ ਟੀਚ ਆਰ ਪੀਪਲ ਹਾਊ ਟੂ ਬੀ ਸੈਲਫ ਰਿਲਾਇੰਟ, ਰਾਈਟ। ਆਫ ਕੋਰਸ ਇੱਕ ਤਬਕੇ ਨੂੰ ਹੈਲਪ ਦੀ ਵੀ ਲੋੜ ਪੈਂਦੀ ਹੈ, ਹੋਣਾ ਵੀ ਚਾਹੀਦਾ ਹੈ। ਟਰਾਂਸਪੇਰੈਂਸੀ ਨਾਲ ਮਿਲੇ ਜਿਨ੍ਹਾਂ ਨੂੰ ਲੋੜ ਹੈ, ਉਹਨਾਂ ਦੀ ਲਾਈਫ 'ਚ ਬਹੁਤ ਫਰਕ ਪੈਂਦਾ ਹੈ। ਇਟ ਸ਼ੋਜ਼, ਆਈਡੀਓਲੋਜੀ ਦੀ ਗੱਲ ਨਹੀਂ, ਇਟ ਸ਼ੋਜ਼ ਦੇਅਰ ਲੈਕ ਆਫ ਆਈਡੀਆਜ਼ ਟੂਵਰਡਸ ਮੇਕਿੰਗ ਪੰਜਾਬ ਪ੍ਰੋਗਰੈਸਿਵ। ਇਹ ਪਾਰਟੀਆਂ ਦੇ ਵਿੱਚ ਜਿਹੜੀ ਇੱਕ ਵੀਕਨੈਸ ਹੈ ਕਿ ਇੱਕ ਬੰਦਾ ਇੱਕ ਚੀਜ਼ ਬੋਲਦਾ, ਦੂਜਾ ਕਹਿੰਦਾ ਮੈਂ ਜ਼ਿਆਦਾ ਕਰ ਦੂੰਗਾ। ਇਟਸ ਨਾਟ ਇਹ ਕੋਈ ਸਬਜ਼ੀ ਮੰਡੀ ਥੋੜਾ ਲੱਗੀ ਹੋਈ ਹੈ। ਬਿਲਕੁਲ ਰਾਈਟ। 3 ਲੱਖ ਕਰੋੜ ਤੋਂ ਉੱਤੇ ਤਾਂ ਤੁਹਾਡੇ ਤੇ ਲੋਨ ਹੈ। ਬਿਲਕੁਲ। ਤਨਖਾਹਾਂ ਤੁਹਾਡੇ ਕੋਲ ਦਿੱਤੀਆਂ ਨਹੀਂ ਜਾ ਰਹੀਆਂ, ਤੁਸੀਂ ਕਿਵੇਂ ਪੈਸੇ ਵੰਡੋਗੇ? ਬਿਲਕੁਲ। ਹਾਊ ਵਿਲ ਇਟ ਬੀ ਅਲਾਉਡ? ਦੇਰ ਆਰ ਸਰਟਨ ਪ੍ਰੋਟੋਕੋਲਸ ਐਵਰੀ ਸਟੇਟ ਵਿਚ ਇਜ਼ ਪਾਰਟ ਆਫ ਐਸ ਪਰ ਦੀ ਇਕਨੋਮਿਕ ਡਿਸਿਪਲਿਨ ਹੁੰਦਾ, ਇੱਕ ਫਾਈਨੈਂਸ਼ੀਅਲ ਡਿਸਿਪਲਿਨ ਹੈਜ਼ ਟੂ ਬੀ ਫੋਲੋਡ। ਜੀ। ਵੈਨ ਯੂ ਆਰ ਗਿਵਿੰਗ ਫ੍ਰੀ ਬੀਜ਼, most of the leaders are saying it, and basically they will say that it has not been approved because there are financial guidelines. जी। You have looked at, ਆਪਾਂ ਸਾਰੇ ਲੋਕਾਂ ਨੂੰ ਕਹਿੰਦੇ, we have also looked at the basically manifestos of most of the parties. जी। Have you seen target based numbers in any party? ਕਿਸੇ ਵੀ ਪਾਰਟੀ ਤੁਹਾਨੂੰ target based number ਨਜ਼ਰ ਆਏ ਨੇ ਕਿ ਪੰਜਾਬ ਦੀ, ਜੇ ਆਪਾਂ ਇੰਡੀਅਨ ਇਕੋਨਮੀ ਨੂੰ ਕਿਵੇਂ ਮੈਜਰ ਕਰਦੇ ਹਾਂ, 8.5%, 9% growth, it gives us an indication whether it is healthy. We benchmark it with something. Has anyone given that in next 5 years I will ensure that per capita income of our people will grow by 9%? Has any commitment been made? Have you read anywhere? बिल्कुल भी नहीं। Have you read anywhere that I will reduce the drug consumption or people addicted on different drugs by let's say 20%, 25% in next 5 years? Have you read it? ਸਾਰੇ ਕਹਿ ਰਹੇ ਨਸ਼ਾ ਅਸੀਂ ਖਤਮ ਕਰ ਦਾਂਗੇ, ਘਟਾ ਦਾਂਗੇ, ਪਰ ਕਿਵੇਂ, ਕੀ, ਐਵੇਂ ਤਾਂ ਕੁਝ ਹੈ ਹੀ ਨਹੀਂ ਹੈ। ਨਸ਼ਾ ਖਤਮ ਕਰ ਦਾਂਗੇ। 3000 ਸਾਲ ਹੋ ਗਏ ਮਾਡਰਨ ਸਿਵਲਾਈਜੇਸ਼ਨ ਨੂੰ। ਜੀ। ਕੋਈ ਕਰ ਤੇ ਪਾਇਆ ਨਹੀਂ ਹੈ, ਕਿਵੇਂ ਕਰ ਦੇਣਗੇ? ਬਿਲਕੁਲ। ਬੇਸਿਕਲੀ ਉਹ ਨਸ਼ਿਆਂ ਨੂੰ ਕੰਟਰੋਲ ਕਰਨ ਦੀ ਲੋੜ ਹੈ ਜਿਹੜੇ ਕ੍ਰਾਈਮ ਨੂੰ ਵਧਾਉਂਦੇ ਨੇ, ਰਾਈਟ, ਵਿਚ ਆਰ ਨਾਟ ਨਾਰਕੋਟਿਕਸ। ਜਿਹੜੇ ਨਸ਼ੇ ਆਰ ਨਾਟ ਲੀਗਲ, ਉਹਨਾਂ ਨੂੰ ਖਤਮ ਕਰਨ ਦੀ ਲੋੜ ਹੈ, ਰਾਈਟ। ਉਸ ਤੋਂ ਬਾਅਦ ਜਿਹੜੇ ਨਸ਼ੇ ਨੇ, ਉਹ ਦੂਜੇ ਵੀ ਨਸ਼ੇ ਨੇ, ਉਹਨਾਂ ਨੂੰ ਰੈਸ਼ਨਲਾਈਜ਼ ਤੇ ਕੰਟਰੋਲ ਕਰਨ ਦੀ ਲੋੜ ਹੈ, ਰੈਗੂਲਰਾਈਜ਼ ਕਰਨ ਦੀ ਲੋੜ ਹੈ। ਪਰ ਤੁਹਾਡਾ ਫਾਈਨੈਂਸ ਡਿਪਾਰਟਮੈਂਟ ਹੀ ਕਹਿ ਦੇਗਾ ਜੀ ਸਾਡਾ ਬਿਜ਼ਨਸ ਕਿਉਂ ਬੰਦ ਕਰਨ ਲੱਗੇ ਹੋ, ਤਨਖਾਹਾਂ ਕਿੱਥੋਂ ਦੇਣੀਆਂ? ਦੈਟ ਇਜ਼ ਵੇਅਰ ਵੀ ਹੈਵ ਬੇਸਿਕਲੀ ਆਪਣੇ ਆਪ ਨੂੰ ਉਸ ਪ੍ਰੋਬਲਮ 'ਚ ਪਾਇਆ ਹੋਇਆ ਪੰਜਾਬ ਨੇ ਪਿਛਲੇ 20-25 ਸਾਲਾਂ 'ਚ। ਐਗਰੀਕਲਚਰ ਸਪੈਸੀਫਿਕ, ਹੈਜ਼ ਐਨੀ ਪਾਰਟੀ ਆਈਡੈਂਟੀਫਾਈਡ that what kind of value addition will be done, what kind of industries? ਇੱਕ ਸਟੇਟਮੈਂਟ ਇਸ ਤਰ੍ਹਾਂ ਹੀ ਸ਼ੌਕੀਆ, ਕਿਉਂਕਿ ਟੈਸਲਾ ਨੂੰ ਤਾਂ ਸਾਰੇ ਹੀ ਕਹਿੰਦੇ ਸਾਡੇ ਇੱਥੇ ਆ ਜਾਓ, ਸਾਡੇ ਇੱਥੇ ਆ ਜਾਓ। ਹੈਜ਼ ਐਨੀ ਪਾਰਟੀ, ਦੇ ਆਰ ਸੋ ਰਿਸੋਰਸਫੁਲ ਪੀਪਲ। 200 ਕਰੋੜ ਰੁਪਏ ਦਾ ਹਰ ਪਾਰਟੀ ਦਾ ਬਜਟ ਹੈ IT ਸੈੱਲ ਦਾ। ਜੀ। ਮੈਂ ਕਹਿੰਦਾ ਕੁਝ MBA ਦੇ ਵਧੀਆ ਇੰਸਟੀਚਿਊਟ ਦੇ 5 ਬੱਚੇ ਲੈ ਕੇ ਉਹਨਾਂ ਨੂੰ ਭੇਜ ਚੁੱਕੇ ਹੁੰਦੇ। They should have sent invite. They should have sent their top leaders to talk to top industrialists. Moment I come to power, these are the investments you have to make. No one has done that. Bilkul. Have you ever seen any targets when it comes to infrastructure, production power? No numbers have been given. So basically ਇਹਦੇ ਨਾਲ ਹੁੰਦਾ ਕੀ ਆ, ਫਿਰ ਮੈਂ ਕਹਿ ਦੂੰਗਾ ਜੀ ਮੈਂ ਤਾਂ ਸਾਰੇ ਵਾਅਦੇ ਪੂਰੇ ਕੀਤੇ, ਮੈਂ ਸੜਕਾਂ ਬਣਾਈਆਂ। ਹੁਣ ਮੈਂ ਸੜਕ 1000 ਕਿਲੋਮੀਟਰ ਬਣਾਈ ਕਿ 5 ਕਿਲੋਮੀਟਰ ਬਣਾਈ, who knows? ਬਿਲਕੁਲ। ਮੈਂ ਪਾਰਕ ਬਣਾਏ, ਰਾਈਟ, ਕਿੰਨੇ ਪਾਰਕ ਬਣਾਏ, who knows? ਮੈਂ ਲੋਕਾਂ ਨੂੰ ਨੌਕਰੀਆਂ ਦਿੱਤੀਆਂ, 3 ਕਰੋੜ ਦੀ ਪੋਪੂਲੇਸ਼ਨ 'ਚ 3 ਨੌਕਰੀਆਂ ਦਿੱਤੀਆਂ, ਉਹ ਵੀ ਆਪਣੇ ਰਿਸ਼ਤੇਦਾਰਾਂ ਨੂੰ, who knows? ਬਿਲਕੁਲ। ਇਸ ਤਰ੍ਹਾਂ ਦੀ ਫਿਰ ਜਦੋਂ 2000 ਰੁਪਏ ਜਾਂ 1000 ਰੁਪਏ ਜਾਂ ਵਟ ਐਵਰ ਦੇ ਆਰ ਸੇਇੰਗ, ਹਾਊ ਵਿਲ ਇਟ ਬੀ ਇੰਪਲੀਮੈਂਟਡ? ਇਹਦੀ ਟਰਾਂਸਪੇਰੈਂਸੀ, ਇਹ ਚੀਜ਼ਾਂ
ਅੱਜ ਦੀ ਡੇਟ ਸਭ ਤੋਂ ਵੱਡਾ ਚੈਲੰਜ ਹੈ ਨਹੀਂ ਮੈਨੀਫੈਸਟੋ 'ਚ ਕੁਝ ਗਲਤ ਚੀਜ਼ ਲਿਖਣਗੇ। ਨੋ ਪਾਰਟੀ ਵਿਲ ਰਾਈਟ ਇਨ ਮੈਨੀਫੈਸਟੋ ਕਿ ਵੇਖੋ ਹੁਣ ਤੁਹਾਨੂੰ ਕਿਵੇਂ ਲੁੱਟਦੇ ਹਾਂ ਅਸੀਂ, ਯੂ ਨੋ ਦਿਸ ਇਜ਼ ਹਾਊ ਦਿਸ ਮਚ ਵੀ ਵਿਲ ਥੀਸ ਆਰ ਦੀ ਰੋਂਗ ਥਿੰਗਸ ਵੀ ਵਿਲ ਡੂ, ਇੰਨੀ ਕਰਪਸ਼ਨ ਵਧਾਵਾਂਗੇ। ਕੋਈ ਦੱਸੇਗਾ ਥੋੜਾ, ਪੋਜ਼ਿਟਿਵ ਚੀਜ਼ਾਂ ਹੀ ਲਿਖਣਗੇ, ਜਰਨਲ ਗੱਲਾਂ ਲਿਖਣਗੇ। ਵੈਨ ਯੂ ਆਰ ਮੇਕਿੰਗ ਮਦਰਹੁੱਡ ਸਟੇਟਮੈਂਟਸ ਕਿ ਬਈ ਆਪਾਂ ਇਹ ਵਧੀਆ ਕੰਮ ਕਰ ਦਾਂਗੇ, ਕਰੋਗੇ ਕਿਵੇਂ ਆ ਤੇ ਦੱਸੋ। ਬਿਲਕੁਲ ਸਹੀ ਗੱਲ ਹੈ ਨਾ। ਤੁਸੀਂ ਸਾਰਾ ਦਿਨ ਇੱਕ ਦੂਜੇ ਬਾਰੇ ਬਿਆਨਬਾਜ਼ੀ ਕਰਨ 'ਚ ਬਿਜ਼ੀ ਹੋ, but you are not busy. Don't you think that if you have written something in manifesto and if you have to come to power, you should have planned. ਪੰਜਾਬ ਦੇ ਇਲੈਕਸ਼ਨ 2022 ਚ ਹੋਣੇ ਨੇ, ਕਿੰਨੀ ਦੇਰ ਤੋਂ ਪਤਾ ਹੈ ਨਾ। ਗਵਰਨਮੈਂਟ ਨੂੰ ਜੇ ਮੈਂ ਗਵਰਨਮੈਂਟ ਦੀ ਗੱਲ ਕਰਨਾ, what have you done in last 5 years? Why should people make you, ਹੁਣ ਤੁਸੀਂ ਕਹਿੰਦੇ ਜੀ ਉਹ ਤੇ ਪੁਰਾਣੇ ਸਾਡੇ ਮੁੱਖ ਮੰਤਰੀ ਸੀ, ਉਹ ਥੋੜੇ ਜਿਹੇ ਉਹ ਕੰਮ ਨਹੀਂ ਕਰ ਪਾਏ, ਹੁਣ ਆਪਾਂ ਵੇਖੋ ਚੱਕਤੇ ਆ ਫੱਟੇ ਹੈ ਨਾ। ਹੁਣ ਫੱਟੇ ਕਿਹਦੇ ਚੱਕੇ ਨੇ ਉਹ ਨਹੀਂ ਪਤਾ। ਸੋ ਇਹ ਇਸ ਵੇਲੇ ਚੈਲੰਜ ਹੈ ਮੈਨੀਫੈਸਟੋ ਨੂੰ ਐਨਾਲਾਈਜ਼ ਕਰਨ ਦਾ। ਬਟ ਸਟਿਲ ਕੁਛ ਆਪਾਂ ਇੱਕ ਆਈਡੀਅਲ ਮੈਨੀਫੈਸਟੋ ਬਣਾ ਸਕਦੇ ਜੇ ਇੱਕ ਤੇ ਟਾਰਗੇਟ ਬੇਸਡ ਹੋਣਾ ਚਾਹੀਦਾ। ਸੈਕੰਡਲੀ ਵੀ ਸ਼ੁੱਡ ਫੋਕਸ ਔਨ ਕਿ ਕਿਹੜੇ ਚੀਜ਼ਾਂ ਇੰਪੋਰਟੈਂਟ ਨੇ। ਰਾਈਟ ਰੋਡ ਮੈਪ ਬਣਨੇ ਚਾਹੀਦੇ ਆ। ਅੱਜ ਜੇ ਆਪਾਂ 100 ਚੀਜ਼ਾਂ ਹੋ ਸਕਦੀਆਂ ਨੇ, ਪਰ 90% ਪ੍ਰੋਬਲਮ ਸਿਰਫ ਟੌਪ ਦੀਆਂ 2-3 ਚੀਜ਼ਾਂ ਦੇ ਕਾਰਨ ਹੁੰਦੀ ਹੋਏਗੀ, ਜਿਹਦੇ 'ਚ ਕੀ ਆਉਂਦੇ ਨੇ ਨਸ਼ੇ, ਬਾਰਡਰ ਸਟੇਟ ਹੋਣ ਦੇ ਕਾਰਨ ਨੈਸ਼ਨਲ ਸਿਕਿਉਰਿਟੀ, ਇਕਨੋਮਿਕ ਜਿਹੜੀ ਸਾਡਾ ਕ੍ਰਾਈਸਿਸ ਚੱਲਦਾ ਪਿਆ ਪੰਜਾਬ ਦਾ, ਇਹ ਤੇ ਲੋਨਸ ਲੈ ਕੇ, ਹੁਣ ਲੋਨਸ ਲੈ ਕੇ ਕੋਈ ਚੀਜ਼ ਕਿੰਨੀ ਦੇਰ ਤੱਕ ਚੱਲ ਸਕਦੀ ਤੁਸੀਂ ਸੋਚੋ। ਬਿਲਕੁਲ ਹੈ ਨਾ। ਸੋ ਇਹ ਸਾਰੇ ਪ੍ਰੋਬਲਮਸ ਨੇ ਇਸ ਵੇਲੇ, ਜਿਨ੍ਹਾਂ ਵਿੱਚ ਆਪਾਂ ਨੂੰ ਮੈਨੀਫੈਸਟੋ ਨੂੰ ਡੀਪਲੀ ਐਨਾਲਾਈਜ਼ ਕਰਨ ਦੀ ਲੋੜ ਹੈ ਕਿ ਕਿਹੜਾ ਮੈਨੀਫੈਸਟੋ ਥੋੜੀ ਕੰਕਰੀਟ ਗੱਲ ਕਰਦਾ ਪਿਆ। ਚਲੋ ਇੱਕ ਇੱਕ ਕਰਕੇ ਇਸ ਗੱਲ ਨੂੰ ਸ਼ੁਰੂ ਕਰ ਲੈਂਦੇ ਹਾਂ। ਆਈ ਥਿੰਕ ਪਹਿਲਾਂ ਤਾਂ ਇਕਨੋਮਿਕ ਰਿਕਵਰੀ ਦੀ ਗੱਲ ਕਰ ਲਈਏ। ਕਿਸੇ ਵੀ ਮੈਨੀਫੈਸਟੋ ਜਿੰਨੀ ਵੀ ਅਨਾਊਂਸਮੈਂਟਸ ਹੋਈਆਂ, ਮੈਂ ਹੁਣੀ ਦੇਖ ਰਿਹਾ ਸੀਗਾ, ਜਿਹੜਾ ਪੰਜਾਬ ਉੱਤੇ ਕਰਜ਼ਾ ਹੈ ਉਹਨੂੰ ਖਤਮ ਕਰਨ ਜਾਂ ਉਹਨੂੰ ਘਟਾਉਣ ਬਾਰੇ ਕੋਈ ਪੁਆਇੰਟ ਮੈਂਸ਼ਨ ਹੀ ਨਹੀਂ ਹੈ। ਜਨਰਲ ਗੱਲ ਵੀ ਨਹੀਂ ਹੈ ਜੋ ਤੁਸੀਂ ਕਹਿ ਰਹੇ ਸੀਗੇ। ਮੈਂ ਤਾਂ ਕਹਿੰਦਾ ਉਹਨਾਂ ਸਾਰਿਆਂ ਦੇ ਪਲਾਨ ਹੈ ਹੋਰ ਕਰਜ਼ਾ ਲੈ ਕੇ ਤੇ ਉਹਨੂੰ ਖਰਚੇ ਕਰਨ ਦੀ। ਬਿਲਕੁਲ। ਜਦੋਂ ਤੁਸੀਂ ਕਹੋਗੇ ਕਿ ਮੈਂ ਬੈਠੇ ਤੁਹਾਨੂੰ ਪੈਸੇ ਦੇਣੇ ਆ, ਉਹ ਪਹਿਲਾਂ ਤੇ ਗੱਲ ਹੈ ਉਹ ਸਾਨੂੰ ਪੰਜਾਬੀਆਂ ਨੂੰ ਸਮਝਦੇ ਕੀ ਨੇ। ਵੀ ਡੋਂਟ ਨੀਡ देयर ਆਰਮਸ। ਆਪਾਂ ਨੂੰ ਉਹਨਾਂ ਦੀ, ਇਹ ਸਾਡਾ ਪੈਸਾ ਹੈ, ਉਹ ਕੌਣ ਹੁੰਦੇ ਨੇ ਸਾਨੂੰ ਦੇਣ ਵਾਲੇ ਜੀ। ਵਟ ਵੀ ਨੀਡ ਇਜ਼ ਇਫ ਦੇ ਆਰ ਅਪਲਾਈਂਗ ਫॉर ਅ ਜੌਬ, ਵੀ ਨੀਡ ਇਜ਼ ਕਿ ਤੁਸੀਂ ਆਪਣੇ ਕੰਮ ਕਿਵੇਂ ਕਰੋਗੇ, ਈਮਾਨਦਾਰੀ ਨਾਲ ਕੰਮ ਕਰੋ, ਮਿਹਨਤ ਨਾਲ ਕੰਮ ਕਰੋ। ਦੈਟ ਇਜ਼ ਵਟ ਵੀ ਨੀਡ। ਹੂ ਆਰ ਦੇਅਰ ਟੂ ਟੈਲ ਅਸ ਕਿ ਆਪਾਂ ਤੁਹਾਨੂੰ ਇਹ ਦੇ ਦਾਂਗੇ। ਬਿਲਕੁਲ। ਆਈ ਟੇਕ ਅਫੈਂਸ ਇਨ ਦੈਟ ਆਲਸੋ ਵੈਨ ਪਾਰਟੀ ਸੇਜ਼ ਸਮਥਿੰਗ ਲਾਈਕ ਦੈਟ। ਇਹਦਾ ਮਤਲਬ ਹੈ ਕਿ ਤੁਸੀਂ ਸਾਨੂੰ ਪੰਜਾਬੀਆਂ ਨੂੰ ਆਪਣੇ ਉੱਤੇ ਡਿਪੈਂਡੈਂਟ ਬਣਾਉਣਾ ਚਾਹ ਰਹੇ ਹੋ। ਤੁਸੀਂ ਸਾਨੂੰ ਉਸ ਲਾਇਕ ਹੀ ਨਹੀਂ ਸਮਝਦੇ ਕਿ ਅਸੀਂ ਆਪਣੇ ਲਈ ਕੁਝ ਕਰ ਲਾਂਗੇ। ਗਵਰਨਮੈਂਟ ਦਾ ਕੰਮ ਹੈ ਸਾਨੂੰ ਇਨਵਾਇਰਨਮੈਂਟ ਦੇਣਾ, ਉਹ ਸੇਫ ਇਨਵਾਇਰਨਮੈਂਟ ਦੇਣਾ, ਤਾਂ ਕਿ ਇੰਡਸਟਰੀਲਾਈਜੇਸ਼ਨ ਹੋਵੇ, ਲੋਕੀ ਪੈਸੇ ਇਨਵੈਸਟ ਕਰਨ, ਉਹਦੇ 'ਚ ਲੋਕੀ ਕੰਮ ਕਰਨ, ਇੱਕ ਲਾਅ ਐਂਡ ਆਰਡਰ ਹੋਵੇ। ਠੀਕ ਹੈ, ਤੁਹਾਡੀ ਨੇਬਰਹੁੱਡ ਡਿਗਰੇਡੇਸ਼ਨ ਨਾ ਹੋਵੇ ਕਿ ਜੇ ਤੁਸੀਂ ਸਮਗਲਰਸ, ਮਾਫੀਆ ਦੇ ਲੋਕੀ ਜੇ ਜਿਸ ਏਰੀਆ 'ਚ ਡਰੱਗ ਐਡਿਕਟਸ ਰਹਿਣਗੇ, ਉਹ ਏਰੀਆ 'ਚ ਪ੍ਰੋਬਲਮ ਆਉਂਦੀ ਹੈ। ਸੋ ਆਈ ਥਿੰਕ ਇਸ ਤਰ੍ਹਾਂ ਦੀ ਉਹਨਾਂ ਦਾ ਇਹ ਸਾਨੂੰ ਆਪਣੇ ਪੋਲੀਟੀਸ਼ੀਅਨ ਤੋਂ ਪੁੱਛਣ ਦੀ ਲੋੜ ਹੈ। ਬਿਲਕੁਲ। ਤਾਂ ਜਿਵੇਂ ਤੁਸੀਂ ਕਿਹਾ, ਇੱਕ ਜਿਵੇਂ ਗੱਲ ਕਰ ਲਈਏ ਬਿਜਲੀ ਦੀ, ਬਹੁਤ ਗੱਲ ਹੁੰਦੀ ਰਹੀ ਹੈ, ਪਾਵਰ ਪਰਚੇਜ਼ ਐਗਰੀਮੈਂਟਸ ਦੀ ਗੱਲ ਹੁੰਦੀ ਰਹੀ। ਫਿਰ ਸਾਰਿਆਂ ਨੇ ਕਹਿਣਾ ਸ਼ੁਰੂ ਕਰਤਾ ਅਸੀਂ ਕੁਛ ਯੂਨਿਟਸ, ਕੋਈ ਕਹਿ ਰਿਹਾ 200, 300, 400 ਇਹ ਫ੍ਰੀ ਦੇ ਦੇਵਾਂਗੇ, ਕੋਈ ਕਹਿ ਰਿਹਾ ਸੀ ਬਿਜਲੀ ਦੇ ਰੇਟ ਕਮ ਕਰ ਦੇਵਾਂਗੇ। ਮੈਨੂੰ ਲੱਗਦਾ ਇਹ ਚੀਜ਼ ਬਿਲਕੁਲ ਠੀਕ ਹੈ। ਇੱਕ ਨਾਗਰਿਕ ਨੂੰ ਜਿੰਨੀ ਸਸਤੀ ਬਿਜਲੀ ਮਿਲੇਗੀ ਉਹਦੇ ਲਈ ਅੱਛਾ ਹੈ। ਪਰ ਇੱਕ ਵਾਰ ਫਿਰ ਜੋ ਤੁਸੀਂ ਗੱਲ ਕਰ ਰਹੇ ਸੀਗੇ, ਕਿਸੇ ਵੀ ਮੈਨੀਫੈਸਟੋ 'ਚ ਜਾਂ ਕਿਸੇ ਵੀ ਅਨਾਊਂਸਮੈਂਟ 'ਚ ਮੈਂ ਪੜ੍ਹ ਰਿਹਾ, ਇਹਨੇ ਲਿਖਤਾ ਹੈ ਅਸੀਂ ਇੰਨੇ ਯੂਨਿਟ ਮਾਫ ਕਰ ਦਾਂਗੇ, ਜਿਹੜੇ ਕੱਟੇ ਸੀ ਕਨੈਕਸ਼ਨ ਬਹਾਲ ਕਰ ਦਾਂਗੇ, ਬਕਾਏ ਮਾਫ ਕਰ ਦਾਂਗੇ। ਬਟ ਕਿਸੇ ਵੀ ਮੈਨੀਫੈਸਟੋ 'ਚ ਮੈਂ ਕਿਸੇ ਵੀ ਪਾਰਟੀ ਦਾ ਦੇਖ ਲਵਾਂ, ਇਹ ਕਿਵੇਂ ਕੀਤਾ ਜਾਏਗਾ ਜਾਂ ਇਹਦਾ ਪੈਸਾ ਕਿੱਥੋਂ ਆਏਗਾ, ਉਹ ਬਿਲਕੁਲ ਮਿਸਿੰਗ ਹੈ। ਪੈਸਾ ਆਏਗਾ ਲੋਨ ਲੈ ਕੇ। ਬੇਸਿਕਲੀ ਇਹਨਾਂ ਨੇ ਇਹਦੇ 'ਚ ਫਾਈਨ ਪ੍ਰਿੰਟ ਪਾ ਦਿੰਦੇ ਨੇ ਕਿੰਨਿਆਂ ਦਾ ਕਰਨਾ ਹੈ। ਹਜੇ ਵੀ ਮੈਂ ਪੰਜਾਬ 'ਚ ਰਹਿਣਾ, ਮੇਰਾ ਤਾਂ ਕੋਈ ਬਿਜਲੀ ਦਾ ਬਿੱਲ ਘੱਟ ਨਹੀਂ ਹੋਇਆ, ਕੋਈ ਯੂਨਿਟ ਘੱਟ ਨਹੀਂ ਹੋਇਆ। ਸੋ ਦੇयर ਇਜ਼ ਦੇ ਫਾਈਨ ਟਿਊਨ ਇਟ, ਟੈਂਪਰੇਰੀ ਸੋਲੂਸ਼ਨ ਜੋ ਮਰਜ਼ੀ ਦੇ ਦਿਓ। ਤੁਸੀਂ ਪਾਵਰ ਪਰਚੇਸ ਐਗਰੀਮੈਂਟ ਮਹਿੰਗੇ ਸਾਈਨ ਕਰ ਲਓ ਥਰੂ ਕਰਪਸ਼ਨ, ਤੇ ਉਸ ਤੋਂ ਬਾਅਦ ਸਸਤਾ ਦੇਈ ਜਾਓ। ਕੌਣ ਬਿੱਲ ਭਰੇਗਾ? ਟੈਕਸ ਪੇਅਰ ਹੀ ਭਰੇਗਾ। ਕੋਈ ਜਾਂ ਤੁਸੀਂ ਇੰਡਸਟਰੀ ਨੂੰ, ਸਾਡੇ ਇੱਥੇ ਇੰਡਸਟਰੀ ਦੇ ਬਿਜਲੀ ਦੇ ਰੇਟ ਜ਼ਿਆਦਾ ਨੇ ਨੇਬਰਿੰਗ ਸਟੇਟਸ ਤੋਂ ਜੀ, ਬਿਜਲੀ ਆਮ ਜਨਤਾ ਲਈ ਵੀ ਜ਼ਿਆਦਾ ਨੇ, ਉਹ ਕਿਵੇਂ ਕਰੀ ਜਾ ਰਹੇ ਨੇ? ਹੁਣ ਨੋ ਡਾਊਟ ਉਹਨਾਂ ਦਾ ਸਟੇਟ GDP, ਉਹਨਾਂ ਦਾ ਪਰ ਕੈਪੀਟਾ ਇਨਕਮ, ਉੱਥੇ ਇਨਫਰਾਸਟ੍ਰਕਚਰ, ਐਵਰੀਥਿੰਗ ਇਜ਼ ਚੇਂਜਿੰਗ। ਬਿਲਕੁਲ। ਤੇ ਇਸ ਵੇਲੇ ਪੰਜਾਬ ਨੂੰ ਮੈਂ ਕਹਿੰਦਾ ਕਿ ਕੰਪੈਰੀਜ਼ਨ ਗਲੋਬਲ ਲੈਵਲ ਤੇ ਹੋਣਾ ਚਾਹੀਦਾ, ਪਰ ਆਪਣੇ ਆਸ-ਪਾਸ ਦੀਆਂ ਸਟੇਟਸ ਨੂੰ ਵੇਖ ਲਿਆ, ਵੀ ਆਰ ਲੈਗਿੰਗ ਬਿਹਾਈਂਡ ਫਰੋਮ them only। ਬਿਲਕੁਲ। ਸ਼ੁਰੂਆਤ ਉੱਥੋਂ ਹੀ ਹੁੰਦੀ ਹੈ, ਨੇੜੇ ਤੇੜੇ ਦੀ ਸਟੇਟਸ ਤੋਂ। ਸਪੈਸ਼ਲੀ ਜੇ ਅਸੀਂ ਹਰਿਆਣਾ ਨਾਲ ਹਮੇਸ਼ਾ ਕੰਪੈਰੀਜ਼ਨ ਹੁੰਦਾ ਰਿਹਾ, 1966 ਤੋਂ ਬਾਅਦ ਬਣੀ ਹੈ ਉਹ। ਸੋ ਸਾਡੇ ਕੋਲ ਬਹੁਤ ਕੁਝ ਸੀਗਾ, ਉਹਨਾਂ ਨੇ ਬਹੁਤ ਕੁਝ ਦੁਬਾਰਾ ਡਿਵੈਲਪ ਕੀਤਾ ਹੈ, ਬਟ ਸਟਿਲ ਦੇ ਆਰ ਡੂਇੰਗ ਬੈਟਰ। ਇਕੋਨੋਮਿਕਲੀ ਦੇਖ ਲਓ, ਸਾਰੀ ਚੀਜ਼ਾਂ 'ਚ ਅੱਗੇ ਚੱਲ ਰਹੇ ਨੇ। ਸੋ ਤੁਹਾਡੀ ਗੱਲ ਬਿਲਕੁਲ ਸਹੀ ਹੈ, ਸ਼ੁਰੂਆਤ ਉੱਥੋਂ ਹੋਣੀ ਚਾਹੀਦੀ। ਗਲੋਬਲ ਲੈਵਲ ਤਾਂ ਅਸੀਂ ਉਸ ਤੋਂ ਬਾਅਦ ਜਾਵਾਂਗੇ। ਇੱਕ ਮੈਂ ਪੁੱਛਣਾ ਚਾਹੁੰਦਾ, ਸਾਰਿਆਂ ਨੇ ਕੁਛ ਨਾ ਕੁਛ ਹੁਣ ਅਨਾਊਂਸਮੈਂਟ ਕਰਨੀ ਸ਼ੁਰੂ ਕਰਤੀ ਹੈ ਕਿ ਅਸੀਂ ਆਇਲਸ ਜਾਂ ਜਿਹੜੇ ਬਾਹਰ ਨੇ ਉਹਨਾਂ ਦੀ ਮਦਦ ਕਰਾਂਗੇ। ਇਹ ਤਾਂ ਬਹੁਤ ਹੀ ਨੈਗੇਟਿਵ ਅਨਾਊਂਸਮੈਂਟ ਹੈ ਕਿ ਅਸੀਂ ਤੁਹਾਡੀ ਹੈਲਪ ਕਰ ਰਹੇ, ਜਾਓ ਬਾਹਰ। ਦੇਖੋ, ਜਿਹੜਾ ਬੰਦਾ ਬਾਹਰ ਜਾਣਾ ਚਾਹੁੰਦਾ ਹੈ ਉਹ ਜਾਣਾ ਚਾਹੁੰਦਾ ਹੈ।
ਬਟ ਦਾ ਪੁਆਇੰਟ ਇਸ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਗਲੋਬਲ ਹੱਬ ਫॉर ਐਜੂਕੇਸ਼ਨ ਬਣਾਂਗੇ ਜੀ, ਕਿ ਕੈਨੇਡਾ ਦੇ ਬੱਚੇ ਆਇਲਸ ਦੇ ਕੇ ਸਾਡੇ ਇੱਥੇ ਆਣ ਜਾਂ ਪੰਜਾਬੀ ਦਾ ਅਸੀਂ ਕੋਈ ਸਟੈਂਡਰਡ ਟੈਸਟ ਬਣੇ, ਰਾਈਟ। ਮੇਰਾ ਸੁਪਨਾ ਹੈ ਕਿ ਸਾਡੇ ਜਿਵੇਂ ਆਇਲਸ ਆਈਟਸ ਐਂਡ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ, ਇੱਕ ਪੰਜਾਬੀ ਦਾ ਪ੍ਰੋਫੀਸ਼ੀਐਂਸੀ ਟੈਸਟ ਬਣੇ ਕਿ ਜੇ ਤੁਸੀਂ ਪੰਜਾਬ 'ਚ ਆ ਕੇ ਪੜ੍ਹਨਾ ਹੈ ਤਾਂ ਤੁਹਾਨੂੰ ਥੋੜ੍ਹੀ ਬਹੁਤ ਪੰਜਾਬੀ ਆਉਣੀ ਚਾਹੀਦੀ ਹੈ। ਸ਼ੁੱਡ ਵੀ ਨਾਟ ਡਰੀਮ ਲਾਈਕ ਦੈਟ। ਅਸੀਂ ਕਹਿੰਦੇ ਜੀ ਬੱਚਿਆਂ ਨੂੰ ਬਾਹਰ ਭੇਜਾਂਗੇ, ਹਾਲਾਂਕਿ ਲੋਨ ਦੇਣ ਵਾਲੀ ਸਕੀਮ ਸਪੈਸ਼ਲੀ ਫॉर ਡੋਮੈਸਟਿਕ ਕਾਲਜਸ ਆਈ ਐਮ ਵੈਰੀ ਵੈਰੀ ਹੈਪੀ। ਬਿਲਕੁਲ, ਬਿਹਾਰ ਗਵਰਨਮੈਂਟ ਨੇ ਵੀ ਇਹ ਸ਼ੁਰੂ ਕੀਤੀ ਸੀ। ਇਟ ਰੀਅਲੀ ਇੰਪਾਵਰਸ ਪੂਅਰ ਪੀਪਲ, ਗਿਵ them a chance to study in top institutes। ਕੋਈ ਇਹ ਟਾਰਗੇਟ ਨਹੀਂ ਹੈ ਕਿ ਸਾਡਾ ਗੋਲ ਹੈ ਕਿ ਅਗਲੇ 5 ਸਾਲਾਂ 'ਚ ਸਾਰੇ ਸਾਡੇ ਸਰਕਾਰੀ ਕਾਲਜਾਂ ਨੂੰ ਨੈਕ A+ ਬਣਾਵਾਂਗੇ। ਨਥਿੰਗ ਲਾਈਕ ਦੈਟ। ਆਇਲਸ ਪੜ੍ਹੋ, ਬਾਹਰ ਜਾਓ, ਬਸ ਗੱਲ ਖਤਮ। ਬਿਲਕੁਲ। ਤੇ ਕੇਜਰੀਵਾਲ ਜੀ ਕਹਿ ਰਹੇ ਮੈਂ ਇੰਨੀ ਇੰਪਲੋਇਮੈਂਟ ਜਨਰੇਟ ਕਰੂੰਗਾ ਕੈਨੇਡਾ ਛੱਡ ਕੇ ਵਾਪਸ ਆ ਜਾਣਗੇ ਬੱਚੇ। ਠੀਕ ਹੈ, if he is thinking like that, I appreciate it. But my problem is how? ਕਿਵੇਂ ਕੁਝ ਹੈ ਹੀ ਨਹੀਂ, ਉਹ ਬਸ ਕਹਿਤਾ ਮੈਂ ਕਰ ਦੂੰਗਾ, ਕਿਵੇਂ ਕੁਝ ਨਹੀਂ ਹੈ। ਦੇਖੋ, ਓਕੇ, ਪਹਿਲਾਂ ਆਪਾਂ ਇੱਕ ਕਨਵਰਸੇਸ਼ਨ ਇਹ ਕਰਦੇ ਪਏ ਸੀ ਕਿ ਲੋਕੀ ਉਲਟਾ ਕਹਿ ਰਹੇ ਨੇ, ਚਲੋ ਉਹਨਾਂ ਨੇ ਇਸ ਪਾਸੇ ਕਿਹਾ ਆਇਲਸ ਲਈ ਉਹਨਾਂ ਦਾ ਕੋਈ ਹੈਗਾ ਅਨਾਉਂਸਮੈਂਟ ਨਹੀਂ, ਉਹ ਤਾਂ ਕਹਿੰਦੇ ਵਾਪਸ ਲਿਆਉਂਗਾ ਮੈਂ, ਅਸੀਂ ਵਾਪਸ ਲੈ ਕੇ ਆਵਾਂਗੇ, ਠੀਕ ਹੈ ਨਾ। ਸੋ ਦੈਟ ਇਜ਼ ਅ ਪੋਜ਼ਿਟਿਵ ਅਨਾਉਂਸਮੈਂਟ। ਹੁਣ ਹੋਏਗਾ ਕਿਵੇਂ? ਐਗਜ਼ੈਕਟਲੀ ਉਹ ਕਰਨ ਦਾ ਰੋਡ ਮੈਪ ਉਹਨਾਂ ਨੇ ਵੀ ਨਹੀਂ ਦਿੱਤਾ ਕਿ ਬੇਸਿਕਲੀ ਇੰਸਟੀਟਿਊਟਸ ਨੂੰ ਸਟਰੈਂਥਨ ਕਰੋਗੇ, ਇੰਪਲੋਇਮੈਂਟ ਓਪਰਚੁਨਿਟੀਜ਼ ਦੋਗੇ। ਹੁਣ ਜਦੋਂ ਤੁਹਾਡਾ ਮਾਈਂਡਸੈਟ ਹੀ ਐਂਟੀ ਕੈਪੀਟਲਿਸਟ ਹੋ ਗਿਆ, you are giving freebies, right? You are basically not talking to the industrialist in any way. Is there any messaging from his side? ਉਹਨਾਂ ਦੇ ਜਿੰਨੇ ਵੀ ਬਿਆਨ ਸੁਣ ਲਓ, ਕੋਈ ਇਹੋ ਜਿਹੀ ਮੈਸੇਜਿੰਗ ਹੈਗੀ ਆ ਕਿ ਬਈ ਆਪਾਂ ਇੰਡਸਟਰੀ ਨੂੰ ਇਸ ਤਰ੍ਹਾਂ ਲੈ ਕੇ ਆਉਣਾ ਹੈ, ਇੰਡਸਟਰੀ ਇੱਥੇ ਆਵੇ, ਰਾਈਟ, ਵੀ ਵਿਲ ਇਨਸ਼ੋਰ ਸਰਟਨ ਥਿੰਗਸ ਫॉर them। ਤੁਸੀਂ ਉਹਨਾਂ ਨਾਲ ਕੋਈ ਡਾਇਲੌਗ ਹੀ ਨਹੀਂ ਹੈ। ਕੋਈ ਵੀ ਇੰਡਸਟਰੀ ਤੁਹਾਡੇ ਵੱਲ ਕਿਵੇਂ ਧਿਆਨ ਆਏਗਾ? ਬਿਲਕੁਲ, ਰਾਈਟ। ਤੇ ਪਰ ਹੈਗਾ ਤਰੀਕਾ ਉਹਦਾ, ਉਹਨਾਂ ਕੋਲ ਹੈਗਾ। 3 ਲੱਖ ਕਰੋੜ ਜਾਏਗਾ, 5 ਲੱਖ ਕਰੋੜ ਹੋ ਜਾਏਗਾ ਲੋਨ, ਉਦੋਂ ਤੱਕ ਬਸ ਸਿੰਪਲ ਜਿਹਾ ਤਰੀਕਾ ਹੈ। ਤੇ ਤੁਸੀਂ ਕਿਉਂਕਿ ਇਹ ਗੱਲ ਕੀਤੀ ਬਿਜ਼ਨੈਸਿਸ ਦੀ, ਸਾਰਿਆਂ ਨੇ ਇਹ ਕਹਿਤਾ ਕਿ ਅਸੀਂ ਜਿੰਨੇ ਵੀ MSMEs ਨੇ ਉਹਨਾਂ ਲਈ ਅਸੀਂ ਬਿਜਲੀ ਸਸਤੀ ਕਰ ਦੇਵਾਂਗੇ। ਵਾਂਸ ਅਗੇਨ ਇਹ ਇੱਕ ਚੀਜ਼ ਹੈ ਓਬਵੀਅਸਲੀ ਪੋਜ਼ਿਟਿਵ ਹੈ, ਉਹਨਾਂ ਦੀ ਵੋਟ ਲੈਣ ਲਈ ਬਹੁਤ ਅੱਛਾ ਹੈ, ਪਰ ਇਹਦੇ 'ਚ ਉਹ ਵੀ ਕੋਈ ਨਹੀਂ ਹੈ ਕਿ ਹਾਊ ਆਰ ਯੂ ਗੋਇੰਗ ਟੂ ਡੂ ਇਟ, ਉਹਦਾ ਪੈਸਾ ਕਿੱਥੋਂ ਆਉਣਾ। ਚਲੋ ਉਹ ਤਾਂ MSME ਵਗੈਰਾ ਦੇ ਨੋਰਮਸ ਨੇ, ਵਟ ਇਜ਼ ਡਿਫਾਈਨਡ ਐਸ MSME, ਉਹਨਾਂ ਦੇ ਲਈ ਹੋ ਜਾਣਗੇ। ਪੈਸਾ ਜਨਰੇਟ ਕਰਨਾ is I think what you are looking at, they have not given those options, that is clearly lacking। because ਸਾਨੂੰ ਨਾ ਇੰਡਸਟਰੀਜ਼ ਇੱਕ ਰੋਡ ਮੈਪ ਬਣਾਉਣਾ ਪਏਗਾ। no one is given an economic road map, because even the welfare services has to be paid for। ਠੀਕ ਹੈ ਨਾ, ਤੁਸੀਂ ਕਿੰਨਾ ਕੁ ਡੈਫੀਸ਼ੀਟ ਲੈ ਕੇ ਚੱਲ ਸਕਦੇ ਹੋ। ਅੱਜ ਜੇ ਪੰਜਾਬ ਦਾ ਸਰਟਨ ਇੱਕ ਹਿਊਜ ਪਰਸੈਂਟੇਜ ਆਫ ਸਾਡਾ ਬਜਟ ਸਿਰਫ ਇੰਟਰਸਟ ਪੇਮੈਂਟ 'ਚ ਜਾਂਦਾ ਪਿਆ, ਬਿਲਕੁਲ, ਕੈਪੀਟਲ ਐਕਸਪੈਂਡੀਚਰ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਓ। ਸੈਂਟਰਲ ਸਕੀਮਾਂ ਦੇ ਬੇਸਿਸ ਤੇ ਅਸੀਂ ਰਿਲਾਈ ਕਰਦੇ ਹਾਂ। ਮੈਨੀਫੈਸਟੋ 2-4 ਚੀਜ਼ਾਂ ਤੁਸੀਂ ਡੀਪਲੀ ਵੇਖਿਓ, ਉਹਨਾਂ ਦੀਆਂ ਅੱਧੀਆਂ ਅਨਾਉਂਸਮੈਂਟ ਤੇ ਉਹ ਸੈਂਟਰਲ ਦੀਆਂ ਸਕੀਮਾਂ ਜਿਨ੍ਹਾਂ ਨੂੰ ਕਹਿੰਦੇ ਪਏ ਅਸੀਂ ਕਰਾਂਗੇ ਕਿ ਬਈ ਹਰ ਡਿਸਟ੍ਰਿਕਟ ਜੇ ਆਪਾਂ ਕਹਿ ਰਹੇ ਹਾਂ ਮੈਡੀਕਲ ਕਾਲਜ ਖੁੱਲ੍ਹੇਗਾ, ਉਹ ਤਾਂ ਸੈਂਟਰਲ ਗੌਰਮੈਂਟ ਤੋਂ ਆਲਰੇਡੀ ਸਕੀਮ ਆ ਗਈ ਹੈ। ਸੋ ਲੋਟ ਆਫ ਟਾਈਮ ਉਹਨੂੰ ਸੈਂਟਰਲ ਸਕੀਮ ਨੂੰ ਲੈ ਕੇ ਹੁਣ ਮੈਨੂੰ ਲੱਗਦਾ ਹੈ ਕਿ ਇਹ ਟਾਈਮ ਆ ਗਿਆ ਕਿ ਪੰਜਾਬ ਸ਼ੁੱਡ ਜਨਰੇਟ ਇਨਫ ਰਿਸੋਰਸਿਸ। ਜੇ ਹਰ ਸਟੇਟ ਹੌਲੀ ਹੌਲੀ ਇਸ ਤਰ੍ਹਾਂ ਹੀ ਡਿਪੈਂਡੈਂਟ ਹੋ ਜਾਏਗੀ ਤਾਂ ਕੰਮ ਕਿਵੇਂ ਚੱਲੇਗਾ? ਬਿਲਕੁਲ। ਸੋ ਬੇਸਿਕਲੀ ਸਾਡੇ ਇੱਥੋਂ ਦੀ ਇੰਡਸਟਰੀ ਆਈਡੈਂਟੀਫਾਈ ਕੀਤੀ ਜਾਵੇ। IT ਕੁਡ ਬੀ ਵਨ ਏਰੀਆ ਵੇਅਰ ਵੀ ਕੈਨ ਪ੍ਰੋਵਾਈਡ ਟੈਲੈਂਟਡ ਪੀਪਲ। ਉਹਨੂੰ ਪ੍ਰੋਵਾਈਡ ਕਰਨ ਲਈ ਉਹਦੀ ਬੈਕ ਐਂਡ ਕੈਲਕੂਲੇਸ਼ਨ, ਵੀ ਹੈਵ ਟੂ ਪ੍ਰੋਵਾਈਡ ਕੁਆਲਿਟੀ ਇੰਜੀਨੀਅਰਸ, ਫਿਰ ਕੁਆਲਿਟੀ ਇੰਜੀਨੀਅਰਸ ਪ੍ਰੋਡਿਊਸ ਕੀਤੇ ਜਾਣ। ਉਹਦੇ ਲਈ ਇੰਸਟੀਚਿਊਟ ਦੀ ਪੈਡਾਗੋਜੀ ਤੇ ਟੀਚਿੰਗ ਨੂੰ ਸਿੰਸੀਅਰ ਕੀਤਾ ਜਾਵੇ। ਜੇ ਆਪਾਂ ਛੁੱਟੀਆਂ ਹੀ ਦੇਈ ਜਾਵਾਂਗੇ, ਉੱਥੇ ਹੜਤਾਲਾਂ ਹੀ ਕਰੀ ਜਾਵਾਂਗੇ ਤਾਂ ਕੰਮ ਕਿਵੇਂ ਹੋਏਗਾ? ਸੈਕਿੰਡ ਪਾਰਟ ਇਜ਼ ਐਗਰੀਕਲਚਰ, ਵੈਲਿਊ ਐਡੀਸ਼ਨ, ਟਰਸ਼ਰੀ ਪ੍ਰੋਸੈਸਿੰਗ, ਸੈਕੰਡਰੀ ਪ੍ਰੋਸੈਸਿੰਗ ਦੀ ਪਰਸੈਂਟੇਜ ਡਿਫਾਈਨ ਕੀਤੀ ਜਾਵੇ। ਉਹ ਇੱਕ ਇੰਡਸਟਰੀ ਹੁੰਦੀ ਜਿਹੜੀ ਪਿੰਡਾਂ 'ਚ ਲਾਈ ਜਾ ਸਕਦੀ ਹੈ। ਲੋਕਲ ਪਾਪੂਲੇਸ਼ਨ ਨੂੰ ਫਾਰਮ ਤੋਂ ਇਲਾਵਾ ਪ੍ਰੋਡਕਸ਼ਨ ਤੇ ਉਹਨਾਂ ਚੀਜ਼ਾਂ 'ਚ ਇਨਵੋਲਵ ਕਰਕੇ ਕਿਸਾਨ ਦੀ ਵੀ ਇਨਕਮ ਵਧਾਈ ਜਾ ਸਕਦੀ ਹੈ ਤੇ ਹੋਰ ਲੋਕਾਂ ਨੂੰ ਬੜੀ ਇੰਪਲੋਇਮੈਂਟ ਦਿੱਤੀ ਜਾ ਸਕਦੀ ਹੈ। ਦੈਟ ਸ਼ੁੱਡ ਬੀ ਵੈਲਕਮ। ਇੱਥੇ ਤੇ ਕੋਈ ਇੰਡਸਟਰੀ ਜੇ ਕੋਈ ਵੀ ਇੰਨੀ ਕੁ ਇਹਦੇ 'ਚ ਯੂਨੀਅਨਿਜ਼ਮ ਹੈ ਕਿ ਕੋਈ ਵੀ ਐਗਰੀਕਲਚਰ 'ਚ ਕੁਛ ਵੀ ਇਨਵੈਸਟਮੈਂਟ ਕਰਦਾ ਹੈ, ਸਭ ਤੋਂ ਪਹਿਲਾਂ ਤੇ ਜਿਹੜੇ ਸੋ ਕਾਲ ਰਹਿਨੁਮਾ ਨੇ ਕਿਸਾਨਾਂ ਦੇ, ਉਹ ਹੀ ਉਹਨਾਂ ਦੇ ਅਗੇਂਸਟ ਹੋ ਜਾਂਦੇ ਨੇ ਜੀ, ਇਹਨਾਂ ਨੇ ਤਾਂ ਲੁੱਟ ਹੀ ਲੈਣਾ। ਕੋਈ ਕੰਟਰੈਕਟ ਫਾਰਮਿੰਗ ਕਰੇਗਾ, ਉਸ ਤੋਂ ਪਹਿਲਾਂ ਹੀ ਉਹ ਸ਼ੱਕ ਦੇ ਬੀਜ ਬੋ ਦਿੱਤੇ ਜਾਂਦੇ ਨੇ ਤਾਂ ਕਿ ਲੋਕੀ ਲੋਕੀ ਡਿਪੈਂਡੈਂਟ ਰਹਿਣ ਉਹਨਾਂ ਯੂਨੀਅਨਸ ਤੋਂ। ਦਿਸ ਇਜ਼ ਫੀਅਰ ਮੌਂਗਰਿੰਗ। ਲੋਕਾਂ ਨੂੰ ਡਰਾ ਕੇ ਰੱਖਿਆ ਜਾਂਦਾ ਹੈ। ਪਹਿਲਾਂ ਹੀ ਤੁਸੀਂ ਉਹ ਸ਼ੱਕ ਹੀ ਪੈਦਾ ਕਰ ਦੋਗੇ। ਕੋਈ ਇੰਡਸਟਰੀ ਆਉਂਦੀ ਆ, ਤੁਸੀਂ ਇਹ ਕਹਿ ਕੇ ਜੀ ਇਹ ਬਿਨਾਂ ਕਿਸੇ ਸਬੂਤ ਦੇ ਜੀ ਇਸ ਪੋਲੀਟੀਕਲ ਪਾਰਟੀ ਦਾ ਬੰਦਾ, ਬਿਜ਼ਨਸਮੈਨ ਨਹੀਂ ਕਿਸੇ ਪੋਲੀਟੀਕਲ ਪਾਰਟੀ ਦਾ ਬੰਦਾ, ਉਹਨੂੰ ਸਾਰਿਆਂ ਨੂੰ ਕੱਲ੍ਹ ਨੂੰ ਕੋਈ ਹੋਰ ਪਾਰਟੀ ਹੈਗੀ ਉਹਨਾਂ ਨੂੰ ਵੀ ਸਪੋਰਟ ਕਰਨਾ। ਦੇ ਆਰ ਦੇਅਰ ਟੂ ਡੂ ਬਿਜ਼ਨਸ। ਤੁਸੀਂ ਆਪਣਾ ਨੁਕਸਾਨ ਤੇ ਨਾ ਕਰਾਓ ਜੀ। ਕਿਸੇ ਦਾ ਸਟੋਰ ਚੱਲਦਾ ਪਿਆ, ਉੱਥੇ ਸਾਡੇ ਹੀ ਭੈਣਾਂ ਭਰਾਵਾਂ ਨੂੰ ਨੌਕਰੀ ਮਿਲਦੀ ਪਈ ਹੈ, ਤੁਸੀਂ ਉਹਨਾਂ ਦੇ ਸਟੋਰ ਤੋੜਨ ਲੱਗ ਪਓ, ਉਹਨਾਂ ਦੇ ਟਾਰ ਤੋੜਨ ਲੱਗ ਪਓ, ਉਹਦਾ ਕੀ ਫਾਇਦਾ ਹੈ? ਇਸ ਤਰ੍ਹਾਂ ਦੀ ਜਿਹੜੀ ਫੈਨੈਟਿਕ ਐਕਟਿਵਿਜ਼ਮ ਹੈ,
ਜਿਹੜੀ ਮੈਂ ਕਹਿੰਦਾ ਸੁਸਾਈਡਲ ਹੈ। ਆਪਣੀ ਹੀ ਸਟੇਟ ਦਾ ਅਸੀਂ ਨੁਕਸਾਨ ਕਰ, ਕੋਈ ਕਿਉਂ ਆਏਗਾ ਮੈਨੂੰ ਇਹ ਦੱਸੋ। ਤੁਸੀਂ ਇਹ ਇਨਵਾਇਰਨਮੈਂਟ ਦਿਓ ਨਾ ਉਹਨਾਂ ਨੂੰ ਕਿ ਇੱਥੇ ਆ ਕੇ ਯੂ ਵਿਲ ਬੈਨੀਫਿਟ ਯੋਰ ਇੰਡਸਟਰੀ ਸੇ, ਇਟਸ ਅ ਲੌਂਗ ਟਰਮ ਇਨਵੈਸਟਮੈਂਟ। ਉਹ ਬੰਦਾ ਲਾਵੇ 2 ਸਾਲ ਲਾ ਕੇ ਫੈਕਟਰੀ ਬਣੇ 400-500 ਕਰੋੜ ਰੁਪਏ ਕੋਈ ਇਨਵੈਸਟ ਕਰੇ ਮਿਨੀਮਮ, ਮੈਂ ਗੱਲ ਕਰਦਾ ਪਿਆ। ਉਸ ਤੋਂ ਬਾਅਦ ਤੁਸੀਂ ਜੀ ਉੱਥੇ ਤਾਲੇ ਲਵਾ ਦਿਓ, ਵਾਈ ਵਿਲ ਸਮਨ ਡੂ ਦੈਟ। ਸੋ ਉਹ ਤੁਹਾਡਾ ਮਾਈਂਡਸੈਟ ਵੇਖਦੇ ਨੇ ਕਿ ਸਾਡੇ ਇੱਥੋਂ ਦੇ ਪੰਜਾਬ 'ਚੋਂ ਇੰਡਸਟਰੀ ਕਿਉਂ ਜਾ ਰਹੀ ਹੈ। ਉਹ ਸਾਡੇ ਪੋਲੀਟੀਸ਼ੀਅਨਸ ਦਾ ਐਂਟਰਪ੍ਰੀਨਰ ਮਾਈਂਡਸੈਟ ਸਮਝਦਾ ਕਿ ਇਹ ਸਾਰੇ ਇਸ ਤਰ੍ਹਾਂ ਸੋਚਦੇ ਨੇ, ਇਸ ਤਰ੍ਹਾਂ ਬੇਸਿਕਲੀ ਪਬਲਿਕ ਨੂੰ ਜਾਂ ਪੋਲੀਟੀਕਲੀ ਜ਼ਿਆਦਾ ਚੀਜ਼ਾਂ ਵੇਖਦੇ ਨੇ, ਲੌਂਗ ਟਰਮ ਗਰਾਊਂਡ ਲੈਵਲ ਤੇ ਚੀਜ਼ਾਂ ਘੱਟ ਸੋਚਦੇ ਨੇ। ਇਹ ਚੀਜ਼ਾਂ ਸਾਡੇ ਮੈਨੀਫੈਸਟੋ 'ਚ ਵੀ ਦਿਖਦੀਆਂ ਪਈਆਂ ਜੀ। ਬੱਚੇ ਬਾਹਰ ਜਾਣਾ ਚਾਹੁੰਦੇ ਨੇ, ਆਇਲਸ ਦੀ ਤਿਆਰੀ ਫ੍ਰੀ ਕਰਾ ਦਿਓ, ਲੋਕੀ ਸੋਚਣਗੇ ਜੀ 5-5000 ਰੁਪਏ ਸਾਡੀ ਫੀਸ ਬਚ ਗਈ ਜੀ। ਕਿਸੇ ਨੇ ਉੱਥੇ ਪੜ੍ਹਨਾ ਨਹੀਂ ਹੈ ਕਿਉਂਕਿ ਉਹ ਸਰਕਾਰੀ ਸਿਸਟਮ ਹੋਣਾ ਹੈ, ਰਾਈਟ। ਐਂਡ 'ਚ ਅਗੇਨ ਬੰਦੇ ਨੇ ਕਿਸੇ ਪ੍ਰਾਈਵੇਟ ਕਿਉਂਕਿ ਉਹਨੇ ਬੰਦੇ ਨੇ ਉਹਦਾ ਸਕਸੈਸ ਕਲਾਇੰਟ ਦੇ ਸਕਸੈਸ ਨਾਲ ਜੁੜਿਆ ਹੋਇਆ ਹੈ, ਰਾਈਟ। ਤੇ ਇਹ ਸਾਰੀਆਂ ਚੀਜ਼ਾਂ ਸਾਨੂੰ ਆਪਣਾ ਨਾ, ਸਾਡੇ ਇੱਥੇ ਵੀ ਥੋੜਾ ਜਿਹਾ ਹਜੇ ਵੀ ਕਮਿਊਨਿਸਟ ਮਾਈਂਡਸੈਟ ਹੈਗਾ ਸਾਡਾ ਪੰਜਾਬੀਆਂ ਦਾ, ਰਾਈਟ। ਇੱਕ ਟਾਈਮ ਤੇ ਇੱਥੇ ਬੜੀ ਤਗੜੀ ਕਮਿਊਨਿਸਟ ਹੋਲਡ ਸੀ। ਆਈ ਥਿੰਕ ਦ ਵਰਲਡ ਹੈਜ਼ ਚੇਂਜਡ। ਜਦੋਂ ਅਸੀਂ ਆਪਣੇ ਆਪ ਨੂੰ ਕਲਾਸਿਸ 'ਚ ਵੰਡ ਲੈਂਦੇ ਹਾਂ, ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਬਈ ਇਹ ਜਿਹੜਾ ਕੈਪੀਟਲਿਸਟ ਹੈ ਇਹ ਓਪਰੈਸਰ ਹੈ ਤੇ ਬਾਕੀ ਇਸ ਤਰ੍ਹਾਂ ਤੁਸੀਂ ਓਪਰੈਸਰਸ ਦੀਆਂ ਜਿੰਨੀਆਂ ਮਰਜ਼ੀ ਕਲਾਸਾਂ ਬਣਾਈ ਜਾਓ, ਫਿਰ ਤੁਹਾਨੂੰ ਹਰ ਕੋਈ ਓਪਰੈਸਰ। ਤੇ ਇਹ ਆਈਡੀਓਲੋਜੀਜ਼ ਨੇ ਹਮੇਸ਼ਾ, ਜੇ ਤੁਸੀਂ ਪਿਛਲੀ ਸੈਂਚੁਰੀ ਵੇਖੋ, ਐਂਡ 'ਚ ਲੋਕਾਂ ਦਾ ਨੁਕਸਾਨ ਹੀ ਕੀਤਾ ਹੈ, ਲੋਕਾਂ ਨੂੰ ਭੁੱਖਮਰੀ ਦਿੱਤੀ ਹੈ, ਲੋਕਾਂ ਨੂੰ ਗਰੀਬੀ ਦਿੱਤੀ ਹੈ। ਇਸ ਮਾਈਂਡਸੈਟ ਤੋਂ ਪੰਜਾਬ ਨੂੰ ਤੇ ਪੰਜਾਬ ਦੇ ਪੋਲੀਟੀਸ਼ੀਅਨ ਨੂੰ ਨਿਕਲਣਾ ਪਏਗਾ ਕਿ ਆਪਾਂ ਅਪੀਜ਼ਮੈਂਟ ਜਿਹੜੀ ਪੋਲੀਟਿਕਸ ਹੈ ਨਾ ਉਸ ਤੋਂ ਨਿਕਲੀਏ। ਫਿਰ ਨੈਸ਼ਨਲ ਸਿਕਿਉਰਿਟੀ, ਮੈਂ ਥੋੜੇ ਦਿਨ ਪਹਿਲਾਂ ਪਾਰਲੀਮੈਂਟ 'ਚ 1-2 ਦਿਨ ਪਹਿਲਾਂ ਇੱਕ ਵੱਡੀ ਨੈਸ਼ਨਲ ਪਾਰਟੀ ਦੇ ਸੁਪਰੀਮੋ ਗੱਲ ਕਰ ਰਹੇ ਸੀ ਕਿ ਬਈ ਸਾਡੀ ਫੈਮਿਲੀ ਨੇ ਕੁਰਬਾਨੀਆਂ ਦਿੱਤੀਆਂ ਤੇ ਇੰਡੀਆ ਇਜ਼ ਨਾਟ ਅ ਨੇਸ਼ਨ, ਤੇ ਰੀਜਨਲ ਸੈਂਸਿਟੀਵਿਟੀ ਜ਼ਿਆਦਾ ਹੋਣੀ ਚਾਹੀਦੀ ਹੈ। ਇਹ ਰੀਜਨਲਿਜ਼ਮ ਨੂੰ ਪ੍ਰਮੋਟ ਕਰਨਾ ਆਪਣੇ ਪੋਲੀਟੀਕਲ ਬੈਨੀਫਿਟ ਲਈ ਹੈ ਨਾ। ਜੋ ਇੱਥੇ ਕਮਿਊਨਲ ਭਾਈਚਾਰੇ ਦੇ ਉੱਤੇ ਲੋਕੀ ਕੁਐਸਚਨ ਕਰ ਦਿੰਦੇ ਨੇ ਬੇਅਦਬੀ ਕਰਵਾ ਕੇ, ਤੇ if our politicians have that kind of mindset, ਦੱਸੋ ਆਪਾਂ ਕਿੱਥੇ ਜਾਵਾਂਗੇ। ਉਹ ਇੱਕ ਰੀਜਨਲਿਜ਼ਮ ਇਸ ਵੇਲੇ ਸਾਡੀ ਸਭ ਤੋਂ ਵੱਡੀ ਵੀਕਨੈਸ ਹੈ। ਅਸੀਂ ਪੰਜਾਬੀ ਹੈਗੇ ਹਾਂ, ਪਰ ਉਸ ਤੋਂ ਵੀ ਪਹਿਲਾਂ ਅਸੀਂ ਹਿੰਦੁਸਤਾਨੀ ਹੈਗੇ, ਠੀਕ ਹੈ ਨਾ। ਜੇ ਨੈਸ਼ਨਲ ਸਿਕਿਉਰਿਟੀ ਲਈ BSF ਵੀ ਸਾਡੀ ਆ, ਸਾਡੇ ਪਿੰਡਾਂ ਦੇ ਬੱਚੇ ਉੱਥੇ ਜੌਬ ਕਰਦੇ ਪਏ ਨੇ, ਠੀਕ ਹੈ ਨਾ। ਉਹਨੇ ਸਾਨੂੰ ਪ੍ਰੋਟੈਕਟ ਹੀ ਕਰਨਾ ਹੈ, ਉਹ ਥੋੜਾ ਸਾਡੇ ਲੈਂਡ ਤੇ ਕਬਜ਼ਾ ਕਰ ਲੈਣਾ। ਇਟਸ ਜਸਟ ਅ ਜੂਰਿਸਡਿਕਸ਼ਨ ਬਿਕਾਜ਼ ਆਫ ਦ ਨਿਊ ਟੈਕਨੋਲੋਜੀਜ਼। ਆਪਾਂ ਰੀਜਨਲਿਜ਼ਮ ਨੂੰ ਸਟੋਕ ਕਰਕੇ ਐਂਟੀ ਨੈਸ਼ਨਲ ਪੌਕਟਸ ਬਣਾ ਦਈਏ, ਵੀ ਆਰ ਐਨੀਵੇ ਪ੍ਰੋਨ ਟੂ ਦੈਟ, ਹੈ ਨਾ। ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ, ਸਾਨੂੰ ਵੀ ਬਚਣਾ ਚਾਹੀਦਾ, ਤੇ ਪੋਲੀਟੀਸ਼ੀਅਨ ਨੂੰ ਬੇਸਿਕਲੀ ਇਹ ਚੀਜ਼ਾਂ ਹੋਣ ਨਹੀਂ ਦੇਣੀਆਂ। ਸੋ ਵੀ ਸ਼ੁੱਡ ਹੈਵ ਅ ਨੇਸ਼ਨ ਫਸਟ ਮਾਈਂਡਸੈਟ ਕਿ ਵੀ ਆਪਾਂ ਆਪਣੇ ਦੇਸ਼ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ, ਹੈ ਨਾ। ਮੈਂ ਪਹਿਲਾਂ ਵੀ ਗੱਲ ਕਰਦਾ ਪਿਆ ਸੀ ਕਿ ਇਸਰੋ ਨੇ ਜਿਵੇਂ ਰਾਕਟ ਲਾਂਚ ਕੀਤੇ, ਹੈ ਨਾ, ਤੇ ਵੀ ਆਲ ਟੇਕ ਪ੍ਰਾਈਡ ਇਨ ਦੈਟ। ਤੇ ਇਹ ਪੋਲੀਟੀਸ਼ੀਅਨ ਦਾ ਮਾਈਂਡਸੈਟ ਹੈ ਕਿ ਉਹ ਸਾਨੂੰ ਹੋਰ ਤਰੀਕੇ ਨਾਲ ਤੋੜੇ, ਤੇ ਸਾਡੀ ਇਹ ਟੈਂਪਟੇਸ਼ਨ ਗਰੁੱਪ ਆਇਡੈਂਟੀਟੀ ਪੈਣਾ ਬੜਾ ਆਸਾਨ ਹੁੰਦਾ। ਵੀ ਟਰਾਈ ਟੂ ਗੈਟ ਇਨਟੂ ਦੋਸ ਗਰੁੱਪ ਆਇਡੈਂਟੀਟੀਜ਼ ਕਿ ਇਹ ਓਪਰੈਸਰ ਹੈ, ਅਸੀਂ ਓਪਰੈਸਡ ਹੈ। ਕੋਈ ਵੀ ਬੰਦਾ ਤੁਹਾਨੂੰ ਕੁਝ ਵੀ ਦੱਸ ਦੇ ਜੀ ਇਹ ਤੁਹਾਡਾ ਦੁਸ਼ਮਣ ਹੈ ਜਾਂ ਤੁਹਾਡਾ ਦੋਸਤ ਹੈ, ਵੀ ਸ਼ੁੱਡ ਟਰਾਈ ਟੂ ਰੈਜ਼ਿਸਟ ਦੋਸ ਟੈਂਪਟੇਸ਼ਨਸ। ਤੇ ਇੱਕ ਨੈਸ਼ਨਲਿਸਟ ਵਿਊ ਲੈ ਕੇ, ਮੈਂ ਤਾਂ ਕਹਿੰਦਾ ਗਲੋਬਲ ਵਿਊ ਲੈ ਕੇ, ਸਾਰਿਆਂ ਦੀ ਪ੍ਰੋਗਰੈਸ ਬਾਰੇ ਸੋਚ ਕੇ। ਬਟ ਕੋਈ ਵੀ ਦੇਸ਼ ਕਿਵੇਂ ਬਣਿਆ, ਕੋਈ ਵੀ ਸਟੇਟ ਕਿਵੇਂ ਬਣੀ, ਥਰੂ ਕੁਆਲਿਟੀ ਐਜੂਕੇਸ਼ਨ। ਪੰਜਾਬ ਉੱਥੇ ਕਿੱਥੇ ਆ? ਸਾਡਾ ਪੜ੍ਹਾਈ ਵੱਲ ਧਿਆਨ ਹੀ ਨਹੀਂ ਹੈ। ਸਾਨੂੰ ਲੱਗਦਾ ਪੜ੍ਹਾਈ ਤੇ ਜ਼ਰੂਰੀ ਨਹੀਂ ਹੈ, ਪਾਸ ਹੋ ਜਾਓ ਬਸ ਡਿਗਰੀਆਂ ਲੈ ਕੇ। ਜੇ ਜਿੰਨੀ ਲੋਕੀ ਤਾਂ ਛੇਤੀ ਤੋਂ ਛੇਤੀ ਅਨਾਜ ਲੈ ਕੇ ਬਾਹਰ ਜਾਣਾ ਚਾਹੁੰਦੇ ਨੇ, ਉਹਨਾਂ ਦੀ ਤਾਂ ਇਕੋਨਮੀ ਚੱਲਦੀ ਪਈ ਹੈ ਨਾ। ਉੱਥੇ ਵੀ ਪੰਜਾਬੀਜ਼ ਆਰ ਲਿਵਿੰਗ ਇਨ ਗੈਟੋਸ। ਮੋਸਟ ਆਫ ਦੀ ਪੰਜਾਬੀਜ਼ ਦੇ ਆਰ ਸਟਰਗਲਿੰਗ, ਸਪੈਸ਼ਲੀ ਯੰਗ ਸਟੂਡੈਂਟਸ ਆਰ ਗੋਇੰਗ ਓਵਰ ਦੇਅਰ। ਦੇ ਆਰ ਨਾਟ ਟ੍ਰੀਟਡ ਵੈਲ, ਦੇ ਆਰ ਸੀਨ ਐਜ਼ ਚੀਪ ਲੇਬਰ। ਮੈਂ ਤੁਹਾਨੂੰ ਇਨਸੀਡੈਂਸ ਦੱਸਦਾ, ਮੇਰੇ ਦੋਸਤ ਦਾ ਮੁੰਡਾ, ਹੀ ਇਜ਼ ਵੈਰੀ ਵੈਲ ਆਫ, ਉਹ ਗਿਆ ਕੈਨੇਡਾ ਪੜ੍ਹਨ, ਐਂਡ ਵਨ ਆਫ ਦੀ ਪਰਸਨ ਹੂ ਵਾਜ਼ ਸਟੱਡਿੰਗ ਓਵਰ ਦੇਅਰ, ਉਹ ਬੱਚਾ ਗਰੀਬ ਫੈਮਿਲੀ ਤੋਂ ਹੋਏਗਾ, ਸਾਰੇ ਲੋਨ ਲੈ ਕੇ ਆਪਣੀਆਂ ਚੀਜ਼ਾਂ ਵੇਚ ਕੇ ਉਹ ਬਾਹਰ ਗਿਆ। ਉੱਥੇ ਉਹਨੂੰ ਖਾਣਾ ਖਾਣ ਲਈ, ਸਿਰਫ ਖਾਣਾ ਖਾਣ ਲਈ ਕੋਈ ਸੈਲਰੀ ਨਹੀਂ ਮਿਲਦੀ ਵੀ, ਗਾਰਡਨਿੰਗ ਕਰਦੇ ਪਏ ਲੋਕਾਂ ਦੇ ਘਰ ਬੱਚੇ ਸਾਡੇ। ਫਿਰ ਲੋਕੀ ਐਡਵਾਂਟੇਜ ਲੈਂਦੇ ਨੇ। ਕੈਨੇਡੀਅਨ ਟਰੂਡੋ ਜੋ ਸਾਡਾ ਸਕਾ ਬਣਦਾ, ਉਹ ਸਾਡਾ ਸਕਾ ਨਹੀਂ ਹੈ। ਹੀ ਇਜ਼ ਲੁਕਿੰਗ ਐਟ ਚੀਪ ਲੇਬਰ ਟੂ ਸਪੋਰਟ his economy. He is looking at people who are willing to pay fees for low quality education that is available in most of their institute, not every place, है ना। And we are going there for good life, ਇਸੇ ਲਈ ਜਾਣਾ ਚਾਹੁੰਦੇ ਹਾਂ। ਪਹਿਲੀ ਗੱਲ, ਸਾਡੇ ਪੋਲੀਟੀਸ਼ੀਅਨਸ ਨੇ ਸਾਨੂੰ ਇੱਕ ਖੁਸ਼ਹਾਲ ਸਟੇਟ ਤੋਂ ਇੱਕ ਇਹੋ ਜਿਹੀ ਸਟੇਟ ਬਣਾਤਾ ਜਿੱਥੋਂ ਸਾਰੇ ਜਾਣਾ ਚਾਹੁੰਦੇ ਨੇ।
ਦੂਜਾ ਉੱਥੇ ਜਾ ਕੇ ਕੀ ਆਰ ਵੀ ਗੈਟਿੰਗ ਦੈਟ ਗੁੱਡ ਲਾਈਫ, ਉਹ ਵੀ ਤਾਂ ਕੁਐਸਚਨ ਆਨਸਰ ਹੋਣਾ ਚਾਹੀਦਾ ਨਾ। ਬਿਲਕੁਲ ਵੀ ਸ਼ੁੱਡ, ਪੰਜਾਬ ਟੁਡੇ ਸ਼ੁੱਡ ਗਿਵ ਦੈਟ ਮੈਸੇਜ ਕਿ ਭਈ ਅੱਜ ਬੱਚਿਆਂ ਦੀ ਸਿਚੁਏਸ਼ਨ ਕੀ ਹੈ। ਮੈਂ ਤੇ ਇਸ਼ਰਤ ਤੁਹਾਨੂੰ ਕਹਾਂਗਾ ਕਿ ਵੀ ਸ਼ੁੱਡ ਕਮ ਔਨ, ਵੀ ਸ਼ੁੱਡ ਡੂ ਦੈਟ ਕਾਈਂਡ ਆਫ ਰਿਸਰਚ ਵਾਟ ਇਜ਼ ਹੈਪਨਿੰਗ ਵਿਦ ਪੰਜਾਬ ਬੇਸ ਇਨ ਅ ਟਰੂ ਰਿਐਲਿਟੀ। ਕੁਛ ਦੇਖੋ ਜਿਹੜੇ ਸਾਡੇ ਉਦਮੀ ਪੰਜਾਬੀ ਇੱਕ ਲੌਂਗ ਟਰਮ ਸਕਸੈਸ ਵੀ ਬਣਾਉਂਦੇ ਨੇ, ਇਹਦੇ ਵੀ ਕੋਈ ਐਗਜ਼ਾਮਪਲ ਨਹੀਂ ਨੇ, ਤੇ ਉਹ ਸ਼ਾਇਦ ਇੱਥੇ ਵੀ ਬਣਾ ਲੈਂਦੇ, ਬਟ ਇਟ ਇਜ਼ ਨਾਟ ਗੁੱਡ ਫॉर ਆਰ ਸਟੇਟ ਕਿ ਸਾਡਾ ਫਿਊਚਰ ਬਾਹਰ ਜਾਣਾ ਚਾਹ ਰਿਹਾ ਹੈ, ਉੱਥੇ ਉਹ ਕੋਈ ਐਜੂਕੇਸ਼ਨ ਕਰਨ ਦਾ ਮੂਡ ਨਹੀਂ ਉਹਨਾਂ ਦਾ, ਠੀਕ ਹੈ ਨਾ ਜੀ। ਤੇ ਇਹ ਸਾਰੀਆਂ ਚੀਜ਼ਾਂ ਵਰੀਸਮ ਨੇ। ਹਰ ਪੋਲੀਟੀਸ਼ੀਅਨ ਨੂੰ ਇਹ ਇਨਸ਼ੋਰ ਕਰਨਾ ਚਾਹੀਦਾ ਕਿ ਸਾਡੇ ਇੱਥੇ ਇੰਨੀ ਕੁਆਲਿਟੀ ਐਜੂਕੇਸ਼ਨ ਹੋਵੇ ਕਿ ਸਾਡਾ ਬੱਚੇ ਦੀ ਡਿਮਾਂਡ ਹਰ ਥਾਂ ਹੋਵੇ, ਕੰਪਨੀਆਂ ਭੱਜ ਕੇ ਆਉਣ ਕਿ ਸਾਨੂੰ ਪੰਜਾਬੀ ਟੈਲੈਂਟ ਚਾਹੀਦਾ। ਬਿਲਕੁਲ, ਮੈਂ ਆਪਣਾ ਅਨਾਊਂਸਮੈਂਟ ਹੋਵੇ ਟੌਪ ਕੰਪਨੀਆਂ ਵੱਲੋਂ ਕਿ ਮੈਂ ਆਪਣਾ $1 ਬਿਲੀਅਨ ਇਨਵੈਸਟਮੈਂਟ ਇਨ ਟੈਕ, ਇਨ ਮੈਨੂਫੈਕਚਰਿੰਗ, ਹਰ ਤਰ੍ਹਾਂ ਦੇ ਸਕਿੱਲ ਸੈੱਟ ਹੋਣ। ਬਿਲਕੁਲ, ਤੇ ਸਾਡੇ ਵਿੱਚ ਉਹ ਰॉ ਮਟੀਰੀਅਲ ਹੈਗਾ, ਪੰਜਾਬੀਆਂ 'ਚ ਉਹ ਐਨਰਜੀ ਹੈਗੀ ਹੈ ਕਿ ਆਪਾਂ ਇਹ ਸਾਰੀਆਂ ਚੀਜ਼ਾਂ ਪਰ ਮਿਹਨਤ ਬਿਨਾਂ, ਸਿੰਸੀਅਰ ਹੋਏ ਬਿਨਾਂ, ਹੁਣ ਸਾਨੂੰ ਉਹ ਸਿੰਸੀਅਰਿਟੀ ਆਪਣੇ ਵਿੱਚ ਵੀ ਲਿਆਉਣੀ ਹੈ। ਬਿਲਕੁਲ, ਨੋ ਡਾਊਟ ਅਬਾਊਟ ਇਟ। ਅਤੇ ਇੱਕ ਜਿਹੜੀ ਇੰਪੋਰਟੈਂਟ ਚੀਜ਼ ਹੈ, ਨਸ਼ਿਆਂ ਦਾ ਜਿਹੜਾ ਇਸ਼ੂ ਹੈ, ਜਿੰਨੇ ਵੀ ਮੈਨੀਫੈਸਟੋਜ਼ ਨੇ ਕਹਿ ਰਹੇ ਨਸ਼ੇ ਖਤਮ ਕਰਾਂਗੇ ਅਸੀਂ, ਇਹ ਬੋਡੀ ਬਣਾ ਦਾਂਗੇ, ਉਹ ਫੋਰਸ ਬਣਾ ਦਾਂਗੇ। ਇੱਕ STF ਆਲਰੇਡੀ ਬਣ ਗਈ ਹੈ, ਹੁਣ ਬਾਕੀ ਵੀ ਕਹਿ ਰਹੇ ਹੋਏ STF ਕਰ ਦਾਂਗੇ। ਦ ਪੁਆਇੰਟ ਇਜ਼ ਰਿਜ਼ਲਟ ਤਾਂ ਉਹਦੇ ਨਾਲ ਨਹੀਂ ਆ ਰਿਹਾ। ਸੋ ਇਹ ਇੰਨਾ ਮੇਜਰ ਇਸ਼ੂ, ਇੰਨਾ ਪੁਰਾਣਾ, ਦੇਰ ਇਜ਼ ਨੋਬਡੀ ਹੈਜ਼ ਅ ਸਪੈਸੀਫਿਕ ਪਲਾਨ ਕਿ ਇਹਨੂੰ ਕਿਵੇਂ ਟੈਕਲ ਕੀਤਾ ਜਾਏਗਾ। ਦੇਖੋ ਪਲਾਨ ਤੇ ਤੁਹਾਡੀਆਂ ਪੁਲਿਸ ਫੋਰਸਿਸ ਬੜੀਆਂ ਕੰਪੀਟੈਂਟ ਨੇ, ਪੋਲੀਟੀਕਲ ਵਿਲ ਵੀ ਤੇ ਹੋਣੀ ਚਾਹੀਦੀ ਹੈ। ਬਿਲਕੁਲ ਰਾਈਟ। ਇਹ ਜਿਹੜੀ ਬੇਸਿਕਲੀ ਨੈਕਸਸ ਹੈ ਕ੍ਰਾਈਮ ਤੇ ਪੋਲਿਟਿਕਸ ਦਾ, ਇਹ ਤੋੜਨ ਦੀ ਲੋੜ ਹੈ। ਸੋ ਵੀ ਹੈਵ ਟੂ ਲੁੱਕ ਐਟ ਫੇਸਿਸ who have the willingness to break that nexus. But is there a face, ਤੁਹਾਨੂੰ ਲੱਗਦਾ? I don't want to comment on it. Even if I say that Punjab today ਕਦੀ ਵੀ ਕਿਸੇ ਵੀ ਇੱਕ ਬੰਦੇ ਦਾ ਨਾਮ ਨਹੀਂ ਲਏਗਾ, but you look at the manifesto ਪੜੋ, ਤੁਹਾਨੂੰ ਸਮਝ ਆਉਣਾ ਸ਼ੁਰੂ ਹੋ ਜਾਏਗਾ। ਬਟ ਸੀ ਮੇਰਾ ਉਹੀ ਕੁਐਸਚਨ ਸੀਗਾ, ਮੈਂ ਜਿੰਨੇ ਵੀ ਮੈਨੀਫੈਸਟੋ ਪੜ੍ਹੇ ਨੇ, ਆਹੀ ਗੱਲ ਹੈ ਕਿ ਅਸੀਂ ਇੱਕ ਫੋਰਸ ਬਣਾ ਦਾਂਗੇ ਜਾਂ ਕੋਈ ਟੀਮ ਬਣਾ ਦਾਂਗੇ ਜਿਹਦੇ ਨਾਲ ਇਹ ਇਸ਼ੂ ਫਿਨਿਸ਼ ਹੋ ਜਾਏਗਾ, ਬਟ ਸਟਿਲ ਦੇਰ ਇਜ਼ ਨੋ ਕੰਕਰੀਟ ਪਲਾਨ, ਦੇਰ ਇਜ਼ ਨੋ ਇਹੋ ਜਿਹਾ ਕੁਝ ਨਹੀਂ ਹੈ ਜੋ ਮੈਨੂੰ ਕੌਨਫੀਡੈਂਸ ਦੇਵੇ। ਉਹ ਪਾਰਟੀਆਂ, ਉਹ ਇੱਕ ਤੋਂ ਵੱਧ ਵੀ ਹੋ ਸਕਦੀਆਂ ਨੇ, ਤੇ ਉਹ ਪਾਰਟੀਆਂ ਜਿਨ੍ਹਾਂ ਦੀ ਇੱਕ ਵੱਡੀ ਵਿਜ਼ਨ ਹੈ, ਰਾਈਟ, ਜਿਨ੍ਹਾਂ ਦੇ ਲੋਕੀ ਡਿਸਿਪਲਿਨਡ ਹੋ ਸਕਦੇ ਨੇ, ਜ਼ਿਆਦਾ ਡਿਸਿਪਲਿਨਡ ਹੋਣਗੇ, ਰਾਈਟ, ਤੇ ਜਿਹੜੇ ਨੈਸ਼ਨਲ ਸਿਕਿਉਰਿਟੀ ਤੇ ਭਾਈਚਾਰੇ ਲਈ ਸੀਰੀਅਸ ਨੇ, ਉਸ ਤਰ੍ਹਾਂ ਦੀਆਂ ਪਾਰਟੀਆਂ ਨੂੰ ਤੁਸੀਂ ਆਈਡੈਂਟੀਫਾਈ ਕਰੋ ਤੇ ਯੂ ਵਿਲ ਡੂ ਬੈਟਰ। ਪ੍ਰੋਬਬਲੀ ਆਈ ਥਿੰਕ ਦਿਸ ਇਜ਼ ਅ ਬੈਟਰ ਮੈਸੇਜ ਕਿ ਅਸੀਂ ਆਪ ਮੈਨੀਫੈਸਟੋਜ਼ ਨੂੰ ਸਟੱਡੀ ਕਰੀਏ ਤੇ ਆਈਡੈਂਟੀਫਾਈ ਕਰੀਏ ਕਿ ਜਿਹੜੀ ਸਾਨੂੰ, ਚਾਹੇ ਮੈਨੂੰ ਕੋਈ ਹੋਰ ਲੱਗਦੀ ਹੋਵੇ, ਤੁਹਾਨੂੰ ਕੋਈ ਹੋਰ ਲੱਗਦੀ ਹੋਵੇ, ਸਾਡੇ ਦੇਖਣ ਵਾਲਿਆਂ ਨੂੰ ਜੋ ਪ੍ਰੋਬਲਮ ਲੱਗਦੀ ਹੈ, ਆਪਣਾ ਲੋਕਲ ਲੀਡਰ ਵਧੀਆ ਲਿਆਓ। ਲੈਟਸ ਸੇ ਕਿ ਤੁਹਾਡਾ MLA ਵਧੀਆ ਹੈ, ਹੀ ਇਜ਼ ਅ ਓਨੈਸਟ ਪਰਸਨ, ਹੀ ਇਜ਼ ਐਨ ਓਨੈਸਟ ਪਰਸਨ, ਮਿਹਨਤੀ ਹੈ, ਸਿੰਸੀਅਰ ਹੈ, ਰਾਈਟ, ਉਹਨੇ ਲਾਈਫ 'ਚ ਪ੍ਰੋਗਰੈਸ ਵੀ, ਨਹੀਂ ਤੇ ਆਪਣੇ ਲੋਕਲ ਲੀਡਰ ਦਾ ਪਤਾ ਹੁੰਦਾ ਕਿ ਕਿਤੇ ਸ਼ਰਾਬ ਦੇ ਠੇਕੇ ਚੱਲਦੇ ਪਏ ਆ, ਕਿਹਦੀ ਨਕਲੀ ਫੈਕਟਰੀ ਚੱਲਦੀ ਪਈ ਆ, ਹੈ ਨਾ, ਕਿਹੜਾ ਕਿਹੋ ਜਿਹੇ ਕੰਮਾਂ 'ਚ ਇਨਵੋਲਡ ਹੈ। ਬਿਲਕੁਲ, ਤੁਹਾਨੂੰ ਯੂ ਨੋ ਯੋਰ ਲੋਕਲ ਲੀਡਰਸ, ਉਹ ਵੀ ਚੀਜ਼ ਵੇਖ ਲਓ, ਸਿਰਫ ਪਾਰਟੀ ਨਾ ਵੇਖੋ। ਜੇ ਤੁਹਾਡਾ MLA ਦੀ ਜ਼ਮੀਰ ਹੀ ਨਹੀਂ ਜੇ ਅਲਾਓ ਕਰੇਗਾ, ਇਟ ਵਿਲ ਹੈਪਨ ਥਰੂ ਲੋਕਲ ਲੀਡਰਸ ਓਨਲੀ ਨਾ। ਜੇ MLA ਵਧੀਆ ਆਉਣ ਲੱਗ ਪੈਣਗੇ, ਇਹ ਬਣਿਆ ਕਿਉਂ ਹੈ ਮਾਡਲ, ਸਾਡਾ ਕਨਸਟੀਟਿਊਸ਼ਨ ਬਹੁਤ ਸੋਹਣਾ ਹੈ, ਪਰ ਆਪਾਂ ਇੱਥੇ ਪਾਰਟੀ ਮਾਡਲ 'ਚ ਬਣ ਗਏ, ਮਲਟੀਪਲ ਪਾਰਟੀ ਸਿਸਟਮ ਹੈ, ਪਰ MLA ਬੜਾ ਕ੍ਰਿਟੀਕਲ ਰੋਲ ਹੈ। ਜੇ ਤੁਹਾਡਾ MLA ਵਧੀਆ ਹੈ, ਓਨੈਸਟ ਹੈ, ਇਮਾਨਦਾਰ ਹੈ, ਇਫ ਯੂ ਕੈਨ ਵਾਊਚ ਫॉर दैट, ਹੈ ਨਾ, ਇਹ ਨਹੀਂ ਕਿ ਸਾਡੇ ਕੰਮ ਕਰਾ ਦਿੰਦਾ ਹੈ, ਥੋੜੇ ਉਹ ਚੀਜ਼ਾਂ ਵੇਖਣੀਆਂ, ਸਾਨੂੰ ਵੀ ਥੋੜੇ ਸੈਕਰੀਫਾਈਸ ਦੇਣੇ ਪੈਣਗੇ ਨਾ। ਉਹ ਕੰਮ ਭਾਵੇਂ ਨਾ ਕਰਾਓਗੇ ਜੀ, ਇਹ ਪ੍ਰੋਸੈਸ ਇਸ ਤਰ੍ਹਾਂ ਹੀ ਹੋਣਾ ਕੰਮ, ਇਹ ਕਹਿ ਦੇ, ਪਰ ਉਹ ਪਿੱਛੇ ਉਹਦੀ ਸ਼ਰਾਬ ਦੀ ਪੱਟੀ ਨਾ ਚੱਲਦੀ ਹੋਵੇ। ਬਿਲਕੁਲ, ਇਹ ਜ਼ਿਆਦਾ ਜ਼ਰੂਰੀ ਚੀਜ਼ ਹੈ। ਤੇ ਤੁਹਾਨੂੰ ਲੱਗਦਾ ਇਸ ਤਰ੍ਹਾਂ ਵੀ ਸ਼ੁੱਡ ਮੂਵ ਫਰੋਮ ਕਿ ਇੱਕ ਚਿਹਰੇ ਨੂੰ ਵੋਟ ਕਰਨ ਦੀ ਜਗ੍ਹਾ ਆਪਣਾ ਸਿਰਫ ਉੱਥੇ ਕਨਸਟੀਟੂਐਂਸੀ ਦਾ ਅਸੀਂ ਦੇਖੀਏ ਕੌਣ ਖੜੇ ਨੇ, ਸਿਰਫ ਉਹਦੇ ਬੇਸਿਸ ਤੇ ਵੋਟ ਪਾਈਏ? ਕਿਉਂਕਿ ਇਸ ਵੇਲੇ ਲੋਕ ਉਲਝੇ ਹੋਏ ਸੀ ਕਿਹੜੀ ਪਾਰਟੀ ਨੂੰ ਜਿਤਾਉਣਾ ਜਾਂ ਕਿਹਨੂੰ CM ਬਣਾਉਣਾ। ਦੱਸੇ ਕੀ ਗੱਲ ਹੈ, ਇਟ ਨੀਡ ਨਾਟ, ਥੀਸ ਆਰ ਨਾਟ ਮਿਊਚੁਅਲੀ ਐਕਸਕਲੂਸਿਵ, ਮਤਲਬ ਅਲੱਗ-ਅਲੱਗ ਚੀਜ਼ਾਂ ਨਹੀਂ ਨੇ ਜੀ। ਟੌਪ ਲੀਡਰ ਆਲਸੋ ਮੈਟਰਸ ਤੇ ਲੋਕਲ MLA ਆਲਸੋ ਮੈਟਰਸ। ਯੂ ਕੈਨ ਸੈਟ ਦੀ ਪ੍ਰਾਇੋਰਟੀ, ਰਾਈਟ। ਤੁਹਾਡਾ ਟੌਪ ਗੋਲ ਹੈ ਹੋਣਾ ਚਾਹੀਦਾ, ਤੁਹਾਡਾ ਲੋਕਲ ਨੁਮਾਇੰਦਾ ਹੋਣਾ ਚਾਹੀਦਾ। if you can't differentiate, then you look at the face of the party, ਇਹਨੂੰ ਇਸ ਤਰ੍ਹਾਂ ਕਰਨਾ ਚਾਹੀਦਾ, ਰਾਈਟ, ਹੈ ਨਾ। these are not mutually exclusive goals, ਮਤਲਬ ਇਹ ਅਲੱਗ-ਅਲੱਗ ਚੀਜ਼ਾਂ ਨਹੀਂ ਹੈਗੀਆਂ। ਤੁਸੀਂ ਵੇਖ ਸਕਦੇ ਹੋ ਕਿ ਬਈ ਇੱਕ ਪ੍ਰਾਇੋਰਟੀ ਜੀ ਸੈੱਟ ਕਰ ਲਓ ਆਪਣੇ ਲਈ, ਜਿਵੇਂ ਆਪਾਂ ਦੱਸੀ ਹੈ, ਬਟ ਅਗੇਨ ਯੂ ਕੈਨ ਚੂਜ਼ ਅ ਸੈਪਰੇਟ ਪ੍ਰਾਇੋਰਟੀ ਆਲਸੋ, ਬਟ ਆਈ ਵਿਲ ਰਿਕਮੈਂਡ ਦਿਸ ਵਨ, ਰਾਈਟ। ਆਈ ਥਿੰਕ ਦੈਟ ਇਜ਼ ਅ ਵੈਰੀ ਗੁੱਡ ਆਈਡੀਆ ਐਕਚੁਅਲੀ, ਕਿਉਂਕਿ ਮੈਨੂੰ ਲੱਗਦਾ ਇਹ ਹਮੇਸ਼ਾ ਕਨਫਿਊਜ਼ਨ ਰਹਿੰਦੀ ਹੈ। ਅਸੀਂ ਆਪਣੇ ਜਦੋਂ MLAs ਦੇਖਦੇ ਹਾਂ ਜਿਹੜੇ ਕੈਂਡੀਡੇਟਸ ਨੇ, ਤੇ ਫਿਰ ਸੋਚਦੇ ਹਾਂ ਲੇਕਿਨ ਇਸ ਪਾਰਟੀ ਦਾ ਮੈਂ ਤਾਂ ਚਾਹੁੰਦਾ ਕਿ ਇਹ ਪਾਰਟੀ ਪਾਵਰ 'ਚ ਆਵੇ। ਸੋ ਆਈ ਥਿੰਕ ਉਹ ਕਨਫਿਊਜ਼ਨ ਰਹਿੰਦੀ, ਬਟ ਦਿਸ ਇਜ਼ ਅ ਗੁੱਡ ਵੇ ਟੂ ਲੁੱਕ ਐਟ ਇਟ। ਉਹਦਾ ਰੀਜ਼ਨ ਹੈ ਕਿ ਮੀਡੀਆ 'ਚ ਕਵਰੇਜ ਪਾਰਟੀ ਲੈਵਲ ਤੇ ਹੁੰਦੀ, ਵੱਡੇ ਲੀਡਰ ਲੈਵਲ ਤੇ ਹੁੰਦੀ। ਜਿਵੇਂ ਆਪਾਂ ਗੱਲ ਕਰਦੇ ਪਏ ਸੀ ਕਿ ਪੰਜਾਬ ਦੇ ਮੁੱਦਿਆਂ ਨੂੰ ਹਟ ਕੇ, ਜੋ ਆਪਾਂ ਕੱਲ੍ਹ ਦਾ ਹੀ ਸ਼ੋਅ ਕੀਤਾ ਹੈ, ਅਸੀਂ ਅੰਮ੍ਰਿਤਸਰ ਈਸਟ ਇੱਕ ਗੌਸਿਪ ਪੁਆਇੰਟ ਬਣ ਗਿਆ, ਹੈ ਨਾ। ਉਹਨਾਂ ਦੇ ਡਾਇਲੌਗ ਆਪਾਂ ਸੁਣ ਕੇ ਸਵਾਦ ਲੈਣੇ ਪਏ, ਹੈ ਨਾ, ਤੇ ਉਹ ਸਾਡੇ 'ਚ ਨਹੀਂ ਹੋਣਾ ਚਾਹੀਦਾ।
ਬਿਲਕੁਲ। ਸੋ ਆਈ ਥਿੰਕ ਦ ਮੈਸੇਜ ਫਰੋਮ ਟੁਡੇ ਅਦਰਵਾਈਜ਼ ਆਲਸੋ ਇਜ਼ ਕਿ ਅਸੀਂ ਮੈਨੀਫੈਸਟੋ ਆਪ ਪੜ੍ਹੀਏ, ਜਿਹੜੀ ਸਾਨੂੰ ਪ੍ਰੋਬਲਮ ਦਾ ਸੋਲੂਸ਼ਨ ਕੋਈ ਦਿਖਾਈ ਦੇ ਰਿਹਾ ਅਸੀਂ ਉਸ ਹਿਸਾਬ ਨਾਲ ਵੋਟ ਪਾਈਏ, ਜੋ ਅਸੀਂ ਹੁਣ ਤੱਕ ਨਹੀਂ ਕਰਦੇ ਹਾਂ। ਬਿਲਕੁਲ, ਗੈਪ ਐਨਾਲਿਸਿਸ ਕਰੋ, ਪਾਰਟੀਆਂ ਨੂੰ ਡਿਮਾਂਡ ਕਰੋ ਕਿ ਹਾਓ, ਜਿਵੇਂ ਤੁਸੀਂ ਬੜਾ ਰੀਜ਼ਨੇਬਲ ਗੱਲ ਕੀਤੀ, ਹਾਊ ਵਿਲ ਯੂ ਡੂ ਇਟ, ਵਟ ਆਰ ਦੀ ਨੰਬਰਸ, ਐਗਜ਼ੈਕਟਲੀ, ਗੋਲ ਪੋਸਟ ਹੈਗੀ ਕੀ ਆ, ਕਿੰਨਾ ਕਰੋਗੇ, ਠੀਕ ਹੈ ਨਾ। ਤੇ ਇਹ ਇੰਪੋਰਟੈਂਟ ਚੀਜ਼ਾਂ ਨੇ। ਬਿਲਕੁਲ, ਤੇ ਅਸੀਂ ਸਵਾਲ ਪੁੱਛ ਸਕਦੇ ਹਾਂ। ਮੈਂ ਇਹ ਗੱਲ ਹਰ ਰੋਜ਼ ਰਿਪੀਟ ਕਰ ਰਿਹਾ ਕਿ ਡੋਰ ਟੂ ਡੋਰ ਕੈਂਪੇਨ ਤੇ ਤਾਂ ਅੱਜ ਕੱਲ੍ਹ ਸਾਰੇ ਲੱਗੇ ਹੋਏ ਨੇ, ਜਦ ਦੀ ਕੈਂਪੇਨਿੰਗ ਫਿਜ਼ੀਕਲ ਘਟੀ ਹੈ। ਸੋ ਸਾਡੇ ਕੋਲ ਇਹ ਮੌਕਾ ਹੈ, ਇਹ ਸਵਾਲ ਪੁੱਛ ਲਈਏ, ਕਿਉਂਕਿ ਕੋਈ ਤਾਂ ਇੱਕ ਇਹੋ ਜਿਹੀ ਪ੍ਰੋਬਲਮ ਜ਼ਰੂਰ ਹੋਏਗੀ, ਤੁਹਾਨੂੰ ਘਰੇ ਬੈਠੇ ਵੀ ਲੱਗ ਰਿਹਾ ਕਿ ਮੈਨੂੰ ਇਹਦਾ ਸੋਲਿਊਸ਼ਨ, ਮੈਨੂੰ ਇਹਦਾ ਜਵਾਬ ਚਾਹੀਦਾ ਹੈ, ਚਾਹੇ ਉਹ ਪੰਜਾਬ ਲੈਵਲ ਤੇ ਹੋਵੇ, ਚਾਹੇ ਸਿਰਫ ਤੁਹਾਡੀ ਗਲੀ ਦੇ ਲੈਵਲ ਤੇ, ਮੁਹੱਲੇ ਦੇ ਲੈਵਲ ਤੇ ਹੋਵੇ। ਉਹ ਸਵਾਲ ਪੁੱਛੋ, ਜਵਾਬ ਲਓ, 4-5 ਜਿੰਨੇ ਵੀ ਕੈਂਡੀਡੇਟ ਆ ਰਹੇ, ਸ਼ਾਇਦ ਤੁਹਾਨੂੰ ਵੋਟ ਪਾਉਣ 'ਚ ਇਸ ਵਾਰ ਆਸਾਨੀ ਹੋਏਗੀ। ਜੀ, ਮੈਂ ਇੱਕ ਚੀਜ਼ ਐਡ ਕਰਨਾ ਚਾਹੂੰਗਾ ਇਹਦੇ 'ਚ ਕਿ ਮੈਨੂੰ ਇੱਕ ਐਗਜ਼ਾਮਪਲ ਯਾਦ ਆਉਂਦਾ। ਮੈਂ ਯੂਨੀਵਰਸਿਟੀ 'ਚ ਸੀ ਜੀ, ਹੈ ਨਾ, ਵਰਕਿੰਗ ਐਜ਼ ਐਨ ਆਫੀਸ਼ੀਅਲ, ਤੇ ਮੈਂ ਬੱਚਿਆਂ ਨੂੰ ਇਹ ਕਿਹਾ ਕਿ ਜਦੋਂ ਵੀ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ, ਮੈਂ ਹਮੇਸ਼ਾ ਅਵੇਲੇਬਲ ਹਾਂ। ਤੇ ਬੱਚੇ ਮੇਰੇ ਕੋਲ 90% ਦੱਸੇ ਕੀ ਇਸ਼ੂ ਲੈ ਕੇ ਆਉਣ ਲੱਗ ਪਏ ਕਿ ਸਰ ਮੇਰੇ ਮਾਰਕਸ ਵਧਵਾ ਦਿਓ, ਮੇਰਾ ਫਾਈਨ ਮਾਫ ਕਰਵਾ ਦਿਓ ਜੀ। ਇਹ ਸਾਡਾ ਮਾਈਂਡ ਸੈਟ ਹੈ। ਬਿਲਕੁਲ। ਜਦਕਿ ਵਟ ਆਈ ਮੈਂਟ ਵਾਸ ਕਿ ਤੁਹਾਨੂੰ ਲਰਨਿੰਗ 'ਚ ਪ੍ਰੋਬਲਮ ਆ ਰਹੀ ਹੈ, ਤੁਹਾਨੂੰ ਹੋਰ ਅਸਾਈਨਮੈਂਟਸ ਚਾਹੀਦੀਆਂ, ਤੁਸੀਂ ਐਕਸਟਰਾ ਐਫਰਟ ਕਰਨਾ ਚਾਹੁੰਦੇ ਹੋ, ਠੀਕ ਹੈ ਨਾ। ਆਪਾਂ ਲੋਕਾਂ ਨੂੰ ਪਰਸਨਲ ਕੰਮ ਨਹੀਂ ਦੱਸਣੇ, ਅਸੀਂ ਕਮਿਊਨਿਟੀ ਲਈ, ਇਹ ਇਲੈਕਸ਼ਨ ਨੇ, ਡੈਮੋਕ੍ਰੇਸੀ ਆ, ਤੇ ਇਸ ਕਰਕੇ ਅਸੀਂ ਜਦੋਂ ਲੀਡਰ ਨੇ ਆਉਣਾ ਹੈ ਤੁਹਾਡੇ ਡੋਰ ਟੂ ਡੋਰ ਤੇ, ਇਹ ਨਹੀਂ ਕਹਿਣਾ ਕਿ ਬਈ ਮੈਨੂੰ ਇਹ ਲਾਇਸੈਂਸ ਚਾਹੀਦਾ ਹੈ ਜਾਂ ਮੈਨੂੰ ਇੱਕ, ਹੈ ਨਾ। ਆਪਾਂ ਵਟ ਥਿੰਗਸ ਵੀ ਆਸਕ ਇਟ ਵਿਲ ਸ਼ੋ ਆਰ, ਨਹੀਂ ਤਾਂ ਬੰਦਾ ਸਮਝ ਜਾਏਗਾ ਕਿ ਇਹ ਬੰਦੇ ਨੂੰ ਬਸ ਪਰਸਨਲ ਕੰਮ ਕਰਾਣੇ ਨੇ, ਉਹ ਤੁਹਾਨੂੰ ਉਸ ਤਰ੍ਹਾਂ ਹੀ ਹੈਂਡਲ ਕਰੇਗਾ। ਜਦੋਂ ਇਹ ਫੀਡਬੈਕ ਆਏਗੀ ਕਿ ਲੋਕੀ ਕੰਮ ਹੀ ਚਾਹੁੰਦੇ ਨੇ ਸਟੇਟ ਦਾ ਤੇ ਆਪਣੀ ਕੰਟਰੀ ਦਾ ਵਧੀਆ ਭਲਾ ਚਾਹੁੰਦੇ ਨੇ, ਉਹ ਫੀਡਬੈਕ ਉੱਤੇ ਤੱਕ ਜਾਏਗੀ, ਪਾਲਿਸੀਆਂ ਆਪੇ ਬਦਲਣਗੀਆਂ। ਇੱਕ ਇੰਪੋਰਟੈਂਟ ਗੱਲ ਜੋ ਆਪਾਂ ਡਿਸਕਸ ਕਰਨੀ, ਹਾਊ ਟੂ ਬਿਲਡ ਇਨ ਅਕਾਊਂਟੇਬਿਲਿਟੀ। ਸਾਡੇ ਸਿਸਟਮ 'ਚ ਨਾ ਅਕਾਊਂਟੇਬਿਲਿਟੀ ਆਉਣੀ ਚਾਹੀਦੀ ਹੈ, ਇਸ ਕਰਕੇ ਨੰਬਰਸ ਦਾ ਹੋਣਾ ਜ਼ਰੂਰੀ ਹੈ। ਹੁਣ ਕੋਈ ਵੀ ਡਿਪਾਰਟਮੈਂਟ ਜਦੋਂ ਦਿੱਤਾ ਜਾਵੇ, ਡੈਮੋਕ੍ਰੇਸੀ, ਹੁਣ ਡੈਮੋਕ੍ਰੇਸੀਜ਼ ਕੰਪਲੈਕਸ ਹੋ ਗਈਆਂ, ਬਹੁਤ ਵੱਡੇ ਸਿਸਟਮ ਬਣ ਗਏ ਨੇ, ਠੀਕ ਹੈ। ਹੁੰਦਾ ਕੀ ਹੈ ਕਿ ਸਾਡਾ ਸਿਸਟਮ ਇਹੋ ਜਿਹਾ, ਜਦੋਂ ਮਰਜ਼ੀ ਬਿਊਰੋਕਰੇਟ ਨੂੰ ਟ੍ਰਾਂਸਫਰ ਕਰ ਦਿੰਦੇ ਆ, ਠੀਕ ਹੈ ਨਾ। ਮੰਤਰੀ ਵੀ ਕਦੀ ਇਸ ਮੰਤਰਾਲੇ, ਕਦੀ ਉਸ ਮੰਤਰਾਲੇ। ਕੋਈ ਵੀ ਮੇਜਰ ਪ੍ਰੋਜੈਕਟ ਦੀ ਅਕਾਊਂਟੇਬਿਲਿਟੀ, ਟਾਈਮਲਾਈਨ, ਕਾਸਟ, ਉਹਦੀ ਅਕਾਊਂਟੇਬਿਲਿਟੀ ਹੋਣੀ ਚਾਹੀਦੀ। ਇੱਕ ਪਰਮਾਨੈਂਟ ਸੈਕਟਰੀ ਰਹਿਣਾ ਚਾਹੀਦਾ ਉਸ ਪ੍ਰੋਜੈਕਟ ਦਾ, ਤਾਂ ਹੀ ਉਹ ਇਹ ਚੀਜ਼ਾਂ ਹੋ ਪਾਉਣਗੀਆਂ। ਤੇ ਉਹ ਜੇ ਨਹੀਂ ਹੁੰਦਾ ਤੇ ਦੈਨ ਇੱਕ ਤੇ ਫਸਟ ਇਟ ਸ਼ੁੱਡ ਬੀ ਸਪੋਰਟ, ਬਲੇਮ ਗੇਮ ਨਹੀਂ ਸ਼ੁਰੂ ਹੋ ਜਾਣੀ ਚਾਹੀਦੀ। ਜੇ ਨਹੀਂ ਹੁੰਦਾ ਤੇ ਉਹਦੇ ਲਈ ਦੇਰ ਸ਼ੁੱਡ ਬੀ ਸਰਟਨ ਬੈਂਚਮਾਰਕਸ ਕਿ ਜੇ ਇਹ ਨਹੀਂ ਹੋ ਰਿਹਾ ਤਾਂ ਇਹ ਮਿਨਿਸਟਰ ਹੁਣ ਮਿਨਿਸਟਰੀ 'ਚ ਨਹੀਂ ਰਹੇਗਾ, ਠੀਕ ਹੈ, ਤੇ ਅਗਲੀ ਵਾਰੀ ਉਹਨੂੰ ਟਿਕਟ ਨਹੀਂ ਮਿਲੇਗੀ। ਤੇ ਹਰ ਮੇਜਰ ਪ੍ਰੋਜੈਕਟ ਜੋ ਅਨਾਊਂਸ ਹੁੰਦਾ ਹੈ, ਉਹਦੇ ਗੋਲ ਪੋਸਟ ਪਬਲਿਕ, ਮੈਨੂੰ ਲੱਗਦਾ ਅਨਾਊਂਸ ਹੋਣੇ ਚਾਹੀਦੇ, ਪੰਜਾਬ ਗਵਰਨਮੈਂਟ ਦੀ ਸਾਈਡ ਤੋਂ ਹੋਣੇ ਚਾਹੀਦੇ ਕਿ ਇਸ ਮਿਨਿਸਟਰੀ ਦੇ ਮੇਜਰ ਨੇ, ਇਹਦੇ 'ਚ ਅਸੀਂ ਇੰਨੀ ਇੰਪਲੋਇਮੈਂਟ, ਇੰਨੀ ਗਰੋਥ, ਇੰਨੀ ਰਿਡਕਸ਼ਨ ਇਨ ਲੈਟਸ ਜੇ ਹੈਲਥ ਰਿਲੇਟਡ ਹੈ, ਇਨ ਇੰਸੀਡੈਂਸਿਸ ਸਮਝਦੇ ਪਏ ਹਾਂ ਜੋ ਵੀ ਨੈਗੇਟਿਵ ਹੈ, ਡਰਗ ਰਿਲੇਟਡ ਹੈ, ਲਾਅ ਐਂਡ ਆਰਡਰ ਰਿਲੇਟਡ ਹੈ, ਤਾਂ ਉਹਦਾ ਜੋ ਵੀ ਮਿਨਿਸਟਰ ਹੋਵੇ ਉਹਨੂੰ ਜੋ ਵੀ ਕਰੋੜਾਂ ਹਜ਼ਾਰਾਂ ਕਰੋੜਾਂ ਦੀ ਇਨਵੈਸਟਮੈਂਟ ਹਰ ਡਿਪਾਰਟਮੈਂਟ 'ਚ ਹੁੰਦੀ ਹੈ, ਮੇਜਰ ਪ੍ਰੋਜੈਕਟ ਨੇ, ਅਕਾਊਂਟੇਬਿਲਿਟੀ ਬਣਦੀ ਹੈ ਨਾ। ਇਹ ਨਹੀਂ ਕਿ ਪੈਸਾ ਕਿੱਥੇ ਜਾ ਰਿਹਾ ਕਿਸੇ ਨੂੰ ਪਤਾ ਨਹੀਂ। ਪਰਮਾਨੈਂਟ ਇੱਕ ਪ੍ਰੋਜੈਕਟ ਇੰਚਾਰਜ ਹੋਣਾ ਚਾਹੀਦਾ, ਬਿਊਰੋਕਰੇਟ ਲੈਵਲ ਦਾ ਬੰਦਾ, ਤੇ ਜੇ ਮਿਨਿਸਟਰ ਨੇ ਉਹ ਕੰਮ ਨਹੀਂ ਕੀਤੇ, ਅਗਲੀ ਵਾਰੀ ਉਹਦੀ ਟਿਕਟ ਨਹੀਂ ਹੋਣੀ ਚਾਹੀਦੀ। ਉਹ ਆਪਣੇ ਮਹੱਲੇ ਦੇ ਜਾਂ ਆਪਣੇ ਏਰੀਆ ਜਿੰਨਾ ਮਰਜ਼ੀ ਸਟਰੋਂਗ ਹੋਵੇ, ਬਿਲਕੁਲ। ਜੇ ਉਹ ਯਾਰਡਸਟਿਕ ਨਹੀਂ ਅਚੀਵ ਹੋਈ ਹੈ, 5 ਸਾਲ ਇਸੇ ਕਰਕੇ ਦਿੱਤੇ ਗਏ ਨੇ ਕਿ ਤੁਸੀਂ ਸਰਟਨ ਚੀਜ਼ਾਂ ਅਚੀਵ ਕਰੋ। ਕੀ ਆਪਾਂ ਨੂੰ ਇਹ ਪੋਲੀਟੀਸ਼ੀਅਨ ਕੀ ਉਹ ਇਹੋ ਜਿਹੀ ਅਕਾਊਂਟੇਬਿਲਿਟੀ ਲਿਆਉਣ ਨੂੰ ਤਿਆਰ ਨੇ? ਜੀ, ਜੇ ਇਹੋ ਜਿਹੀ ਅਕਾਊਂਟੇਬਿਲਿਟੀ ਲਿਆਉਣ ਨੂੰ ਤਿਆਰ ਨੇ ਤੇ ਅਗਲੀ ਵਾਰੀ ਸਾਨੂੰ ਵੀ, ਨਹੀਂ ਤੇ ਟਰਾਂਸਪੇਰੈਂਸ ਸਾਨੂੰ ਪਤਾ ਹੀ ਨਹੀਂ ਚੱਲਦਾ ਕੀ ਕਰੀਏ ਜੀ। ਇਹ ਇੱਕ ਸਟੈਪ ਹੋ ਸਕਦਾ। ਬਿਲਕੁਲ, ਬਿਲਕੁਲ ਟਰਾਂਸਪੇਰੈਂਸੀ, ਅਕਾਊਂਟੇਬਿਲਿਟੀ ਤੇ ਆਈ ਥਿੰਕ ਸਹੀ ਸਵਾਲ ਪੁੱਛਣਾ, ਦੈਟ ਵਿਲ ਬੀ ਆਰ ਮੈਸੇਜ। ਤੇ ਮੈਨੀਫੈਸਟੋ ਨੂੰ ਪੜ੍ਹਨਾ ਕਿ ਕੀ ਉਹ ਡਿਲੀਵਰ ਕਰ ਪਾਉਣਗੇ ਜੋ ਇਹ ਪ੍ਰੋਮਿਸ ਕਰ ਰਹੇ ਨੇ। ਇਹ ਕੁਝ ਚੀਜ਼ਾਂ ਨਾਲ ਅਸੀਂ, ਮੈਨੂੰ ਲੱਗਦਾ ਸਾਡੇ ਸਰੋਤਿਆਂ ਨੂੰ ਅੱਜ ਛੱਡ ਕੇ ਜਾਵਾਂਗੇ। ਤੇ ਇੱਕ ਵਾਰ ਫਿਰ ਬਹੁਤ ਧੰਨਵਾਦ ਸਰ ਤੁਹਾਡਾ ਵੀ, ਵੈਲਕਮ। ਤੇ ਧੰਨਵਾਦ ਤੁਹਾਡਾ, ਤੁਸੀਂ ਦੇਖਦੇ ਰਹਿੰਦੇ ਹੋ ਸਾਨੂੰ, ਤੇ ਇਸੇ ਤਰ੍ਹਾਂ ਦੇਖਦੇ ਰਹੋ, ਸ਼ੇਅਰ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ। ਸਤਿ ਸ਼੍ਰੀ ਅਕਾਲ।